ਅੱਜ ਅਸੀਂ मॉडर्न हिस्ट्री चैप्टर 16 करांगे। ठीक है, चैप्टर 16 देखो ਅਸੀਂ ਜਿਹੜੇ 1 ਤੋਂ 15 ਚੈਪਟਰ ਕੀਤੇ ਨੇ मॉडर्न हिस्ट्री ਦੇ, ਇਹਦੇ ਵਿੱਚ ਅਸੀਂ ਯੂਰਪੀਅਨਸ ਆਉਣ ਤੋਂ, ਯੂਰਪੀਅਨਸ ਦੇ ਐਡਵੈਂਟ ਤੋਂ, ਠੀਕ ਹੈ, ਇੰਡੀਪੈਂਡੈਂਸ ਤੱਕ ਇਹ ਵਾਲਾ ਸਾਰਾ ਸਫ਼ਰ ਤੈਅ ਕੀਤਾ ਸੀ 15 ਚੈਪਟਰਸ ਦੇ ਵਿੱਚ। मतलब ਕੀ ਹੈ, ਅਸੀਂ ਇੱਕ ਜੇ ਮੰਨ ਲਓ ਇੱਕ ਬੰਦੇ ਦੀ ਪਿਕਚਰ ਬਣਾਉਣੀ ਹੈ, ਸਕੈਚ ਬਣਾਉਣਾ ਕੋਈ, ਠੀਕ ਹੈ, ਤਾਂ ਅਸੀਂ ਜਿਹੜਾ ਬੇਸਿਕ ਜਿਹੜਾ ਸਕੈਲੇਟਨ ਹੈ ਉਹ ਆਪਾਂ ਨੇ ਤਿਆਰ ਕਰ ਲਿਆ। ਇੱਕ ਬੇਸਿਕ ਜਿਹੜਾ ਢਾਂਚਾ ਹੈ ਅਸੀਂ ਉਹ ਤਿਆਰ ਕਰ ਲਿਆ। ਸਾਨੂੰ ਪਤਾ ਲੱਗਣ ਲੱਗਿਆ ਵੀ ਬੰਦਾ ਇਹੋ ਜਿਹਾ ਕੁਛ ਦਿਖੂਗਾ, 2 ਪੈਰ, 2 ਬਾਹਾਂ ਹੋਣਗੀਆਂ, 2 ਲੱਤਾਂ ਹੋਣਗੀਆਂ, ਠੀਕ ਹੈ, ਤਾਂ ਆਪਾਂ ਨੂੰ ਬੇਸਿਕ ਸਟਰਕਚਰ ਪਤਾ ਲੱਗ ਗਿਆ। ਠੀਕ ਹੈ, ਅਤੇ ਵੀ ਹਿਸਟਰੀ ਦੇ ਵਿੱਚ ਇਹ ਚੀਜ਼ਾਂ ਹੋਈਆਂ, ਇਹ ਈਵੈਂਟਸ ਹੋਈਆਂ, ਠੀਕ ਹੈ, ਇਹ ਕਰੋਨੋਲੋਜੀ ਕੁਛ ਰਹੀ, ਕਰੋਨੋਲੋਜੀ ਕੁਛ ਐਸੀ ਰਹੀ ਵੀ ਇਸ ਈਵੈਂਟ ਤੋਂ ਬਾਅਦ ਇਹ ਹੋਇਆ, ਫਿਰ ਇਹ ਹੋਇਆ, ਫਿਰ ਇਹ ਹੋਇਆ, ਤਾਂ ਆਪਾਂ ਨੂੰ ਕੁਛ ਆਈਡੀਆ ਹੋ ਗਿਆ ਸਾਰਾ। ਠੀਕ ਹੈ ਨਾ, ਆਪਾਂ ਨੇ ਇੱਕ ਬਹੁਤ ਅੱਛੀ ਤਰ੍ਹਾਂ ਸਾਰੇ ਟਾਈਮ ਲਾਈਨ ਨੂੰ ਕਵਰ ਕੀਤਾ ਹੈਗਾ। ਹੁਣ ਕੀ ਵਾਰੀ ਹੈ, ਹੁਣ ਆਪਾਂ ਕਿਉਂ ਸੈਸ਼ਨ ਨੂੰ ਕੰਟੀਨਿਊ ਕਰ ਰਹੇ ਹਾਂ, ਬਿਕਾਜ਼ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕਿ ਸਟੋਰੀ ਨੂੰ ਛੱਡ ਕੇ ਵੀ ਇਸ ਸਟੋਰੀ ਨੂੰ ਹੋਰ ਕੰਪਲੀਟ ਕਰਦੀਆਂ ਨੇਗੀਆਂ, ਸਟੋਰੀ ਨੂੰ ਕੰਪਲੀਟ ਕਰਦੀਆਂ ਨੇ। ਉਹ ਕਿਵੇਂ, ਅਸੀਂ ਜੇ ਸਕੈਲੇਟਨ ਲਗਾ ਲਿਆ ਤਾਂ ਹੁਣ ਇਹਦੇ ਵਿੱਚ ਹੋਰ ਸਜਾਵਟ ਕਰਨ ਦੀ ਲੋੜ ਹੈਗੀ। ਠੀਕ ਹੈ, ਸਜਾਵਟ ਕਰਨ ਦੀ ਲੋੜ ਹੈ, ਇਹਦੇ ਵਿੱਚ ਮੁੰਦਰਾ ਪਾਉਣ ਦੀ ਲੋੜ ਹੈਗੀ। ਠੀਕ ਹੈ, ਬਾਲ ਬੂਲ ਸਪਾਈਕਸ ਕਰਨ ਦੀ ਲੋੜ ਹੈਗੀ, ਜੈਲ ਜੁਲ ਲਾਉਣ ਦੀ ਲੋੜ ਹੈਗੀ। ਤਾਂ ਇਹ ਚੀਜ਼ਾਂ ਹਲੇ ਸਾਨੂੰ ਇਸ ਜਿਹੜੀ ਹੁਣ ਐਡੀਸ਼ਨਲ ਟੋਪਿਕਸ ਸਾਡੇ ਰਹਿ ਗਏ, ਉਸ ਨੂੰ ਮੈਂ ਨਾਮ ਦੇਣਾ ਐਡੀਸ਼ਨਲ ਟੋਪਿਕਸ। ਐਡੀਸ਼ਨਲ ਟੋਪਿਕਸ ਮੈਂ ਨਾਮ ਦੇਵਾਂਗਾ ਇਸ ਚੀਜ਼ ਨੂੰ। ਠੀਕ ਹੈ, ਜਿਹਦੇ ਵਿੱਚੋਂ ਸਾਡਾ ਕੌਨਸਟੀਟਿਊਸ਼ਨਲ ਡਿਵੈਲਪਮੈਂਟਸ ਇੱਕ ਟੋਪਿਕ ਹੋਏਗਾ। ਲਾਸਟ ਸੈਸ਼ਨ ਦੇ ਵਿੱਚ ਤੁਹਾਨੂੰ ਮੈਂ ਥੋੜ੍ਹਾ ਜਿਹਾ ਬਰੀਫਲੀ ਆਈਡੀਆ ਵੀ ਦਿੱਤਾ ਸੀ ਕਿ ਜਿਹੜੇ ਸਾਡੇ ਕੁਛ ਟੋਪਿਕਸ ਹੋਣਗੇ ਐਡੀਸ਼ਨਲ ਕਿਹੜੇ ਹੋਣਗੇ। ਇੱਕ ਤਾਂ ਦੇਖੋ ਇਹੀ ਵਾਲਾ ਸੀਗਾ। ਸੈਕਿੰਡ ਜਿਹੜੇ ਸਾਡੇ ਕਾਂਗਰਸ ਦੇ ਸੈਸ਼ਨਸ ਹੋ ਗਏ, ਠੀਕ ਹੈ, ਰਿਵੋਲਟਸ ਐਂਡ ਰਿਬੈਲੀਅਨਸ ਹੋ ਗਏ, ਫੇਮਸ ਟਰਾਇਲਸ ਹੋ ਗਏ। ਤਾਂ ਇਹ ਕੁਛ ਚੀਜ਼ਾਂ ਨੇ ਜਿਹੜੀਆਂ ਕਿ ਅਸੀਂ ਹੁਣ ਐਡੀਸ਼ਨਲੀ ਕਰਾਂਗੇ। ਠੀਕ ਹੈ, ਜਿਹੜਾ ਕਿ ਸਾਨੂੰ ਸਾਡੇ ਸਟਰਕਚਰ ਨੂੰ ਹੋਰ ਬਿਹਤਰ ਬਣਾਵੇ, ਸਾਡੀ ਅੰਡਰਸਟੈਂਡਿੰਗ ਨੂੰ ਹੋਰ ਬਿਹਤਰ ਬਣਾਵੇ। ਅਸੀਂ ਪਹਿਲਾਂ ਕਿਉਂ ਨਹੀਂ ਕੀਤੀਆਂ ਇਹ ਚੀਜ਼ਾਂ, ਉਹਦਾ ਇੱਕ ਬਹੁਤ ਵੱਡਾ ਰੀਜ਼ਨ ਹੈ ਵੀ ਅਸੀਂ ਇੱਕ ਚੇਨ ਆਫ ਕਮਾਂਡ ਬਣਾਉਣੀ ਸੀ, ਅਸੀਂ ਇੱਕ ਪ੍ਰੋਪਰ ਫਲੋ ਬਣਾਉਣਾ ਸੀ। ਅਗਰ ਅਸੀਂ ਕੁਛ ਉਹ ਫਲੋ ਕਰਦੇ ਵਿੱਚ ਦੀ ਇਹ ਚੀਜ਼ਾਂ ਕਰਨ ਆ ਜਾਂਦੇ ਤਾਂ ਸਾਡਾ ਫਲੋ ਟੁੱਟ ਜਾਂਦਾ। ਠੀਕ ਹੈ, ਫਿਰ ਦੁਬਾਰਾ ਤੋਂ ਉਹ ਚੀਜ਼ ਸਟਾਰਟ ਕਰਨੀ ਥੋੜ੍ਹੀ ਜਿਹੀ ਮੁਸ਼ਕਿਲ ਹੋ ਜਾਂਦੀ ਔਰ ਅਸੀਂ ਸਮਝ ਵੀ ਨਾ ਪਾਉਂਦੇ। ਠੀਕ ਹੈ, ਤਾਂ ਹੁਣ ਅਸੀਂ ਇੱਕ ਪ੍ਰੋਪਰ ਫਲੋ ਦੇ ਵਿੱਚ ਚੀਜ਼ਾਂ ਸਮਝ ਲਈਆਂ, ਹੁਣ ਅਸੀਂ ਇਹਦੇ ਵਿੱਚ ਵੈਲਿਊ ਐਡੀਸ਼ਨ ਕਰ ਸਕਦੇ ਹਾਂ। ਠੀਕ ਹੈ, ਇਹ ਚੀਜ਼ ਹੈ। ਚਲੋ ਜੀ, ਫਿਰ ਪ੍ਰੋਸੀਡ ਕਰਦੇ ਹਾਂ। ਠੀਕ ਹੈ, ਅਸੀਂ ਦੇਖਿਆ ਸੀ 1757 ਦੇ ਵਿੱਚ ਜਿਹੜੀ ਫਾਊਂਡੇਸ਼ਨ ਰੱਖੀ ਗਈ ਬ੍ਰਿਟਿਸ਼ ਰੂਲ ਦੀ ਇੰਡੀਆ ਦੇ ਵਿੱਚ, ਕਿਹਦੇ ਨਾਲ, ਬੈਟੋ ਪਲਾਸੀ ਦੇ ਨਾਲ। 1764 ਦੇ ਵਿੱਚ ਅਸੀਂ ਦੇਖਿਆ ਸੀ ਇਹ ਰੀਅਲ ਫਾਊਂਡੇਸ਼ਨ ਸੀਗੀ, ਦਿਸ ਵਾਜ਼ ਦਾ ਰੀਅਲ ਫਾਊਂਡੇਸ਼ਨ। ਠੀਕ ਹੈ, ਇਹਦੇ ਵਿੱਚ ਕਿਉਂਕਿ ਸਾਨੂੰ ਦੀਵਾਨੀ ਰਾਈਟਸ ਦੇਣੇ ਪੈ ਗਏ ਬ੍ਰਿਟਿਸ਼ਰਸ ਨੂੰ। ਜਿਹੜਾ ਬੰਗਾਲ ਦਾ ਨਵਾਬ ਸੀ ਜਾਂ ਦੇਸ਼ ਦਾ ਐਂਪਰਰ ਸੀ, ਬਿਕਾਜ਼ ਇਹਦੇ ਵਿੱਚ ਕੌਣ ਹਾਰ ਗਿਆ ਸੀ, ਦੇਖੋ ਤੁਹਾਨੂੰ ਪਤਾ ਹੈ, ਸ਼ਾਹ ਆਲਮ II ਜਿਹੜਾ ਕਿ ਮੁਗਲ ਐਂਪਰਰ ਸੀ ਉਸ ਟਾਈਮ 'ਤੇ, ਦੇਸ਼ ਭਰ ਦਾ ਮੁਗਲ ਐਂਪਰਰ ਸੀਗਾ, ਉਹ ਵੀ ਹਾਰ ਗਿਆ ਸੀਗਾ। ਕਿੱਥੇ, ਬੈਟਲ ਆਫ ਬਕਸਰ ਦੇ ਵਿੱਚ, ਬੈਟਲ ਆਫ ਬਕਸਰ ਦੇ ਵਿੱਚ ਇਹ ਵੀ ਹਾਰ ਗਿਆ ਸੀ। ਤਾਂ ਦੇਖੋ ਰਾਈਟ ਟੂ ਕਲੈਕਟ ਰੈਵਨਿਊ ਹੈਗਾ। ਠੀਕ ਹੈ, ਦੀਵਾਨੀ ਦਾ ਆਪਾਂ ਨੂੰ ਪਤਾ ਸੀ ਵੀ ਰਾਈਟ ਟੂ ਕਲੈਕਟ ਰੈਵਨਿਊ ਕਿਹੜੀ ਜਗ੍ਹਾ ਦੀ, ਬੰਗਾਲ, ਬਿਹਾਰ ਅਤੇ ਉੜੀਸਾ। ਠੀਕ ਹੈ, ਮਤਲਬ ਸਿੰਪਲੀ ਬੰਗਾਲ ਆਪਾਂ ਕਹਾਂਗੇ ਕਿਉਂਕਿ ਇਹ ਦੋਨੇ ਵੀ ਉਦੋਂ ਬੰਗਾਲ ਦਾ ਹੀ ਪਾਰਟ ਸੀਗੇ। ਤਾਂ ਇੱਥੋਂ ਉਹਨਾਂ ਨੂੰ ਦੀਵਾਨੀ ਰਾਈਟਸ ਮਿਲ ਗਏ। ਇੱਥੋਂ ਸਟਾਰਟ ਹੁੰਦੀ ਹੈ ਅਸਲੀ ਜਰਨੀ ਬ੍ਰਿਟਿਸ਼ ਰੂਲ ਦੀ ਇੰਡੀਆ ਦੇ ਵਿੱਚ। ਹੁਣ ਦੇਖੋ ਦੀਵਾਨੀ ਰਾਈਟਸ ਮਿਲ ਗਏ ਤਾਂ ਮਤਲਬ ਕੰਪਨੀ ਟਰਾਂਸਫਾਰਮਡ ਇਨਟੂ ਫਰੋਮ ਅ ਟ੍ਰੇਡਿੰਗ ਕੰਪਨੀ ਟੂ ਅ ਰੂਲਿੰਗ ਵਨ। ਹੁਣ ਟ੍ਰੇਡਿੰਗ ਕੰਪਨੀ ਤੋਂ ਛੱਡ ਕੇ ਰੂਲਿੰਗ ਕੰਪਨੀ ਦੇ ਰੂਪ ਦੇ ਵਿੱਚ ਉੱਭਰ ਕੇ ਜਿਹੜੀ ਈਸਟ ਇੰਡੀਆ ਕੰਪਨੀ ਸੀ ਜਾਂ ਬ੍ਰਿਟਿਸ਼ ਕੰਪਨੀ ਸੀ, ਉਹ ਹੁਣ ਰੂਲਿੰਗ ਕੰਪਨੀ ਦੇ ਤੌਰ 'ਤੇ ਉੱਭਰ ਕੇ ਆਉਣ ਲੱਗ ਗਈ। ਠੀਕ ਹੈ, ਹੁਣ ਜਦੋਂ ਰੂਲਿੰਗ ਕੰਪਨੀ ਬਣ ਗਈ ਇਹ, ਤਾਂ ਇਹਦੀ ਰੈਗੂਲੇਸ਼ਨ ਵੀ ਜ਼ਰੂਰੀ ਹੈ। ਜਿਹੜੀ ਬ੍ਰਿਟਿਸ਼ ਸਰਕਾਰ ਨੇ ਜਾਂ ਬ੍ਰਿਟਿਸ਼ ਮੋਨਾਰਕ ਨੇ, ਰਾਜੇ ਨੇ ਜਾਂ ਰਾਣੀ ਨੇ ਇਸ ਕੰਪਨੀ ਨੂੰ ਚਾਰਟਰ ਦੇ ਕੇ ਭੇਜਿਆ ਸੀ, ਮੋਨੋਪਲੀ ਦੇ ਕੇ ਭੇਜਿਆ ਸੀ ਵੀ ਜਾਓ। ਦੇਖੋ ਰਾਣੀ ਬੈਠੀ ਇੰਗਲੈਂਡ ਦੇ ਵਿੱਚ, ਰਾਣੀ ਨੇ ਕੀ ਕਿਹਾ ਇਸ ਕੰਪਨੀ ਨੂੰ ਵੀ ਠੀਕ ਹੈ, ਤੁਸੀਂ ਜਾਓ, ਟਰੇਡ ਟਰੂਡ ਕਰੋ, ਵਧੀਆ ਪੈਸੇ ਪੂਸੇ ਕਮਾ ਕੇ ਲੈ ਕੇ ਆਓ, ਕੋਈ ਦਿੱਕਤ ਨਹੀਂ, ਐਸ਼ ਕਰੋ। ਠੀਕ ਹੈ, ਇੱਕ ਵਾਰ ਤਾਂ ਕਹਿ ਤਾ ਰਾਣੀ ਨੇ। ਹੁਣ ਜਦੋਂ ਇਹ ਟਰੇਡ ਤੋਂ ਇਲਾਵਾ ਇਹ ਰੂਲਿੰਗ ਵੀ ਕਰਨ ਲੱਗੇ ਇੱਥੇ ਆ ਕੇ, ਇੰਡੀਆ ਦੇ ਵਿੱਚ ਆ ਕੇ, ਤਾਂ ਫਿਰ ਬ੍ਰਿਟਿਸ਼ ਮੋਨਾਰਕ ਨੇ ਜਾਂ ਬ੍ਰਿਟਿਸ਼ ਪਾਰਲੀਮੈਂਟ ਨੇ ਕੀ ਸਮਝਿਆ, ਕੀ ਸੋਚਿਆ ਕਿ ਹੁਣ ਤਾਂ ਇਹਨਾਂ ਨੂੰ ਰੈਗੂਲੇਟ ਕਰਨ ਦੀ ਵੀ ਲੋੜ ਹੈ। ਇਹ ਕੰਪਨੀ ਇਕੱਲੀ ਟਰੇਡ ਨਹੀਂ ਕਰ ਰਹੀ ਉੱਥੇ ਇੰਡੀਆ ਦੇ ਵਿੱਚ ਜਾ ਕੇ, ਇਹ ਹੋਰ ਵੀ ਪੋਲੀਟੀਕਲ ਐਕਟੀਵਿਟੀਜ਼ ਕਰਨ ਲੱਗ ਰਹੀ ਹੈਗੀ। ਤਾਂ ਕਰਕੇ ਪਾਰਲੀਮੈਂਟ ਨੇ ਕੀ ਸੋਚਿਆ ਵੀ ਇਸ ਕੰਪਨੀ ਨੂੰ ਹੁਣ ਰੈਗੂਲੇਟ ਕਰਨ ਦੀ ਲੋੜ ਹੈ। ਤੁਸੀਂ ਹਿਸਾਬ ਲਗਾਓ, ਅੱਜ ਮੰਨ ਲਓ ਸਾਡੇ ਦੇਸ਼ ਦੇ ਵਿੱਚ ਟਾਟਾ ਮੋਟਰਸ ਹੈਗਾ। ਠੀਕ ਹੈ, ਹੁਣ ਟਾਟਾ ਮੋਟਰਸ ਕਿਸੇ ਹੋਰ ਦੇਸ਼ ਦੇ ਵਿੱਚ ਜਾ ਕੇ ਕੋਈ ਗੜਬੜ ਕਰੇ ਮੰਨ ਲਓ, ਠੀਕ ਹੈ, ਤਾਂ ਰਿਸਪੌਂਸਿਬਿਲਿਟੀ ਕਿਹਦੀ ਹੋਊਗੀ, ਸਾਡੀ ਹੋਊਗੀ ਨਾ, ਸਾਡੇ ਦੇਸ਼ ਦੀ ਕੰਪਨੀ ਹੈ, ਸਾਡੀ ਜਵਾਬਦੇਹੀ ਹੋਊਗੀ।
ਤਾਂ ਸਾਡੇ ਦੇਸ਼ ਦੀ ਪਾਰਲੀਮੈਂਟ ਕੀ ਹੋਊਗੀ, ਫਿਰ ਰਤਨ ਟਾਟਾ ਨੂੰ ਪਹਿਲਾਂ ਤਾਂ ਸਮਝਾਊਗੀ, ਦੇਖੋ ਜੀ ਸਰ ਐਵੇਂ ਨਹੀਂ, ਐਵੇਂ ਨਹੀਂ, ਐਵੇਂ ਨਹੀਂ, ਐਵੇਂ ਹੈ। ਅਗਰ ਰਤਨ ਟਾਟਾ ਫਿਰ ਵੀ ਨਹੀਂ ਮੰਨਦੇ ਤਾਂ ਸਾਨੂੰ ਐਕਸ਼ਨ ਲੈਣੇ ਪੈਣਗੇ। ਹੁਣ ਕਿਉਂਕਿ ਰਤਨ ਟਾਟਾ ਇੰਡੀਅਨ ਸਿਟੀਜ਼ਨ ਨੇਗੇ, ਤਾਂ ਸਾਰੇ ਦੇ ਸਾਰੇ ਜਿਹੜੇ ਲਾਜ਼ ਨੇ ਉਹਨਾਂ 'ਤੇ ਐਪਲੀਕੇਬਲ ਹੋਣਗੇ, ਤਾਂ ਕੋਈ ਵੀ ਸਟ੍ਰਿਕਟ ਐਕਸ਼ਨ ਸਰਕਾਰ ਲੈ ਸਕਦੀ ਹੈ ਜਾਂ ਪਾਰਲੀਮੈਂਟ ਲੈ ਸਕਦੀ ਹੈ। ਇਹੀ ਚੀਜ਼ ਉੱਥੇ ਸੀਗੀ। ਹੁਣ ਜਦੋਂ ਅੰਗਰੇਜ਼ਾਂ ਦੀ ਕੰਪਨੀ ਇੱਥੇ ਆ ਕੇ ਰੂਲਿੰਗ ਕਰਨ ਲੱਗ ਗਈ, ਤਾਂ ਅੰਗਰੇਜ਼ ਪਾਰਲੀਮੈਂਟ ਨੇ ਸੋਚਿਆ ਵੀ ਚਲੋ ਰੂਲਿੰਗ ਤਾਂ ਕਰ ਰਹੇ ਨੇ ਠੀਕ ਹੈ, ਬਟ ਸਾਨੂੰ ਵੀ ਉਸ ਨੂੰ ਰੈਗੂਲੇਟ ਕਰਨਾ ਪਊਗਾ। ਰੈਗੂਲੇਟ ਕਰਨ ਦਾ ਇੱਕ ਹੋਰ ਜਿਹੜਾ ਮੋਟਿਵ ਇਹ ਸੀ ਵੀ ਜਿਹੜੇ ਇਹ ਮੁਨਾਫਾ ਕਮਾ ਰਹੇ ਸੀਗੇ, ਜਿਹੜੀ ਕੰਪਨੀ ਮੁਨਾਫਾ ਕਮਾ ਰਹੀ ਸੀ, ਉਸ ਦਾ ਕੁਛ ਹਿੱਸਾ ਪਾਰਲੀਮੈਂਟੇਰੀਅਨਸ ਨੂੰ ਵੀ ਮਿਲੇ, ਜਿਹੜੇ ਲੋਕ ਬ੍ਰਿਟੇਨ ਦੇ ਵਿੱਚ ਬੈਠੇ ਨੇ ਉਹਨਾਂ ਨੂੰ ਵੀ ਹਿੱਸਾ ਮਿਲੇ। ਮੇਨ ਮੋਟਿਵ ਤਾਂ ਇਹ ਸੀਗਾ, ਠੀਕ ਹੈ। ਰੈਗੂਲੇਟਰ ਤਾਂ ਬਾਅਦ ਦੀਆਂ ਗੱਲਾਂ ਨੇ, ਉਹ ਭਾਲਦੇ ਸੀ ਪੈਸੇ, ਵੀ ਸਾਨੂੰ ਵੀ ਜਿਹੜਾ ਤੁਸੀਂ ਲੁੱਟ ਖਸੁੱਟ ਮਚਾ ਰਹੇ ਹੋ ਇੰਡੀਆ ਦੇ ਵਿੱਚ, ਸਾਨੂੰ ਵੀ ਉਹਦਾ ਤੁਸੀਂ ਪ੍ਰੋਫਿਟ ਦਿਓ, ਬੈਨੀਫਿਟ ਦਿਓ। ਇਹੀ ਗੱਲ ਹੈ। ਸਭ ਤੋਂ ਪਹਿਲਾਂ ਐਕਟ ਆਇਆ ਰੈਗੂਲੇਟਿੰਗ ਐਕਟ 1773 ਕਿ ਕੰਪਨੀ ਨੂੰ ਰੈਗੂਲੇਟ ਕੀਤਾ ਜਾਵੇ, ਠੀਕ ਹੈ। ਇਸ ਤੋਂ ਪਹਿਲਾਂ ਵੀ ਇੱਕ ਦੋ ਹੋਰ ਆਰਡਰ ਜਾਰੀ ਕੀਤੇ ਸੀ, 67 ਦੇ ਵਿੱਚ ਵੀ ਇੱਕ ਆਰਡਰ ਜਾਰੀ ਹੋਇਆ ਸੀਗਾ, ਠੀਕ ਹੈ। ਬਟ ਜ਼ਿਆਦਾ ਇੰਪੋਰਟੈਂਟ ਪਹਿਲਾਂ ਸਾਡਾ ਇਹ ਹੈਗਾ ਰੈਗੂਲੇਟਿੰਗ ਐਕਟ ਆਫ 1773, ਜਿਹਦੇ ਵਿੱਚ ਕੀ ਕੁਛ ਰੈਗੂਲੇਸ਼ਨਸ ਦਿੱਤੀਆਂ ਗਈਆਂ ਵੀ ਕੰਪਨੀ ਨੂੰ ਰੈਗੂਲੇਟ ਕਿਵੇਂ ਕਰਨਾ ਹੈ ਇੰਡੀਆ ਦੇ ਵਿੱਚ, ਠੀਕ ਹੈ। ਇਸ ਐਕਟ ਨੇ ਇੱਕ ਚੀਜ਼ ਹੋਰ ਇਸਟੈਬਲਿਸ਼ ਕੀਤੀ, ਸੁਪਰੀਮ ਕੋਰਟ ਇਸਟੈਬਲਿਸ਼ ਕਰ ਦਿੱਤੀ ਸੀਗੀ, ਠੀਕ ਹੈ। ਸੁਪਰੀਮ ਕੋਰਟ ਇਸਟੈਬਲਿਸ਼ ਕਰ ਦਿੱਤੀ ਸੀ ਇਸ ਐਕਟ ਨੇ, 1773 ਨੇ। ਨੈਕਸਟ ਇੰਪੋਰਟੈਂਟ ਸਾਡੇ ਕੋਲ ਐਕਟ ਆਉਂਦਾ ਜੀ ਪਿਟਸ ਇੰਡੀਆ ਐਕਟ 1784। 10 ਸਾਲ ਬਾਅਦ ਸਾਡੇ ਕੋਲ ਪਿਟਸ ਇੰਡੀਆ ਐਕਟ ਆਉਂਦਾ। ਹੁਣ ਦੇਖੋ ਜਿਹੜੇ ਹੋਰ ਸਾਰੇ ਐਕਟਸ ਨੇ, ਚਾਰਟਰ ਐਕਟ ਮਤਲਬ ਕਿਸੇ ਪ੍ਰੋਪਰ ਨਾਮ ਦੇ ਨਾਲ ਨਹੀਂ ਹੈਗੇ, ਇਕੱਲਾ ਇਹੀ ਜਿਹੜਾ ਐਕਟ ਹੈ ਇਹ ਨਾਮ ਦੇ ਨਾਲ ਹੈ। ਤਾਂ ਕਰਕੇ ਤੁਸੀਂ ਇਹਦੇ ਵਿੱਚ ਇਹਦਾ ਈਅਰ ਵੀ ਯਾਦ ਕਰਨਾ ਪ੍ਰੋਪਰਲੀ। ਉਹ ਤੁਹਾਨੂੰ ਕੁਐਸਚਨ ਪੁੱਛਣਗੇ ਪਿਟਸ ਇੰਡੀਆ ਐਕਟ ਕਿਹੜੇ ਸਾਲ ਦੇ ਵਿੱਚ ਆਇਆ, ਤਾਂ ਆਪਣਾ ਆਨਸਰ ਹੋਏਗਾ ਜੀ 1784। ਦੇਖੋ ਇਹੀ ਤਰੀਕਾ ਹੁੰਦਾ ਯਾਦ ਕਰਨ ਦਾ, ਵੀ ਅਸੀਂ ਕੀ ਚੀਜ਼ ਯਾਦ ਕਰਨੀ ਹੈ, ਕੀ ਚੀਜ਼ ਨਹੀਂ ਯਾਦ ਕਰਨੀ। ਹੁਣ ਇੱਥੇ ਮੈਨੂੰ ਆਈਡੀਆ ਹੋ ਰਿਹਾ ਵੀ ਦੇਖੋ ਇਹ ਚੀਜ਼ ਇੰਪੋਰਟੈਂਟ ਬਣ ਸਕਦੀ ਹੈ, ਵੀ ਇਕੱਲਾ ਹੀ ਇਹ ਜਿਹਾ ਐਕਟ ਹੈ ਜਿਹੜਾ ਕਿ ਕਿਸੇ ਬੰਦੇ ਦੇ ਉੱਪਰ ਜਾਂ ਕਿਸੇ ਹੋਰ ਸਪੈਸੀਫਿਕ ਨਾਮ ਦੇ ਉੱਪਰ ਬਣਿਆ ਹੋਇਆ ਹੈਗਾ, ਨਾਮ ਦੇ ਉੱਪਰ ਨਾਮ ਇਹਦਾ, ਤਾਂ ਇਹਦਾ ਈਅਰ ਇੰਪੋਰਟੈਂਟ ਬਣ ਜਾਂਦਾ ਹੈ। ਹੁਣ ਐਗਜ਼ਾਮੀਨਰ ਨੂੰ ਮੌਕਾ ਮਿਲ ਗਿਆ ਕੁਐਸਚਨ ਬਣਾਉਣ ਦਾ। ਹੁਣ ਦੇਖੋ ਇਹਦੇ ਵਿੱਚ ਕੁਐਸਚਨ ਕਿਵੇਂ ਬਣਾਊਗਾ, ਕੀ ਇਹਦੇ ਵਿੱਚ ਬਣਾ ਸਕਦਾ ਵੀ ਚਾਰਟਰ ਐਕਟ ਕਦੋਂ ਆਇਆ, ਚਾਰਟਰ ਐਕਟ ਤਾਂ ਉਰੇ ਵੀ ਹੈਗਾ, ਅਸੀਂ ਅੱਗੇ 33 ਦੇ ਵਿੱਚ ਵੀ ਪੜਾਂਗੇ, ਉਰੇ ਵੀ ਹੈਗਾ, ਤਾਂ ਕਿਵੇਂ ਕੁਐਸਚਨ ਬਣਾ ਸਕਦਾ ਐਗਜ਼ਾਮੀਨਰ, ਨਹੀਂ ਬਣਾ ਸਕਦਾ, ਉਰੇ ਵੀ ਹੈਗਾ, ਠੀਕ ਹੈ। ਕਿੰਨੇ ਚਾਰਟਰ ਐਕਟ ਹੋ ਗਏ, ਬਟ ਪਿਟਸ ਇੰਡੀਆ ਐਕਟ ਸਿਰਫ ਔਰ ਸਿਰਫ ਇੱਕੋ ਹੀ ਹੈ, ਤਾਂ ਐਗਜ਼ਾਮੀਨਰ ਨੂੰ ਮੌਕਾ ਮਿਲ ਗਿਆ ਉਰੋਂ ਕੁਐਸਚਨ ਬਣਾਉਣ ਦਾ। ਇੱਦਾਂ ਅਸੀਂ ਐਨਾਲਾਈਜ਼ ਕਰਨਾ ਹੈ ਵੀ ਐਗਜ਼ਾਮੀਨਰ ਦੇ ਬੂਟਸ ਦੇ ਵਿੱਚ ਪੈਰ ਪਾ ਕੇ ਵੀ ਐਗਜ਼ਾਮੀਨਰ ਕਿਸ ਤਰ੍ਹਾਂ ਸੋਚ ਸਕਦਾ ਹੈ, ਕਿਸ ਤਰ੍ਹਾਂ ਕੁਐਸਚਨ ਬਣਾ ਸਕਦਾ ਹੈ। ਫਿਰ ਜਦੋਂ ਅਸੀਂ ਸੋਚਣ ਲੱਗ ਜਾਂਗੇ ਕਿਸ ਤਰ੍ਹਾਂ ਕੁਐਸਚਨ ਬਣਾ ਸਕਦਾ ਹੈ, ਤਾਂ ਸਾਡੇ ਜਿਹੜਾ ਪੜ੍ਹਨ ਦਾ ਤਰੀਕਾ ਹੈਗਾ ਬਿਲਕੁਲ ਹੀ ਉਸ ਚੈਨਲ ਦੇ ਵਿੱਚ ਹੋਏਗਾ, ਠੀਕ ਹੈ। ਹੁਣ ਇਹ ਜਿਹੜਾ ਐਕਟ ਸੀ ਇਟ ਵਾਜ਼ ਇਨੈਕਟਡ ਬਾਈ PM ਨੌਰਥਬਰੁਕ, ਮਤਲਬ ਉਸ ਟਾਈਮ ਬ੍ਰਿਟੇਨ ਦੇ ਪ੍ਰਾਈਮ ਮਿਨਿਸਟਰ ਨੌਰਥਬਰੁਕ ਸੀ, ਠੀਕ ਹੈ। ਇਹ ਵੀ ਤੁਸੀਂ ਯਾਦ ਰੱਖ ਸਕਦੇ ਹੋ ਬਿਕਾਜ਼ ਪਿਟਸ ਇੰਡੀਆ ਐਕਟ ਇੰਪੋਰਟੈਂਟ ਹੈ ਕਾਫੀ। ਉਸੇ ਤਰ੍ਹਾਂ ਦੇਖੋ ਵਿਦ ਟਾਈਮ ਹੋਰ ਰੈਗੂਲੇਸ਼ਨ ਆਉਂਦੀਆਂ ਰਹੀਆਂ, ਚੀਜ਼ਾਂ ਨੇ, ਪਾਰਲੀਮੈਂਟ ਬ੍ਰਿਟੇਨ ਦੀ ਕੁਛ ਨਾ ਕੁਛ ਹੋਰ ਨਵੀਆਂ ਚੀਜ਼ਾਂ ਲੈ ਕੇ ਆਉਂਦੀ ਰਹੀ, ਬਟ ਮੋਟਿਵ ਕਿਤੇ ਨਾ ਕਿਤੇ ਇਹੀ ਸੀਗਾ ਵੀ ਜਿਹੜੇ ਪਾਰਲੀਮੈਂਟੇਰੀਅਨਸ MPs ਜਿਹੜੇ ਟਰੇਡਰਸ ਜਿਹੜੇ ਕਿ ਉਹ ਬ੍ਰਿਟੇਨ ਦੇ ਵਿੱਚ ਬੈਠੇ ਸੀਗੇ, ਇੰਡੀਆ ਦੇ ਵਿੱਚ ਨਹੀਂ ਆ ਸਕਦੇ ਸੀ, ਉਹ ਸਿਰਫ ਇਹੀ ਚਾਹੁੰਦੇ ਸੀ ਵੀ ਸਾਨੂੰ ਵੀ ਜਿਹੜਾ ਤੁਸੀਂ ਬੂਟੀ ਲੈ ਕੇ ਆਉਂਦੇ ਹੋ ਇੱਥੇ, ਸਾਨੂੰ ਵੀ ਉਹਦਾ ਹਿੱਸਾ ਦਿਓ, ਠੀਕ ਹੈ। ਇਹ ਚੀਜ਼ ਹੈਗੀ, ਮੇਨ ਮੋਟਿਵ ਇਹੀ ਸੀ ਸਾਰਾ ਰੈਗੂਲੇਸ਼ਨ ਦਾ। ਹੁਣ ਇਹੀ ਕਾਰਨ ਸੀਗਾ, ਦੇਖੋ ਜਿਹੜੇ ਟਰੇਡਰਸ ਉੱਥੇ ਬ੍ਰਿਟੇਨ ਦੇ ਵਿੱਚ ਬੈਠੇ ਸੀ ਉਹ ਵੀ ਚਾਹੁੰਦੇ ਸੀ ਕਿ ਅਸੀਂ ਵੀ ਇੰਡੀਆ ਦੇ ਵਿੱਚ ਜਾ ਕੇ ਟਰੇਡ ਕਰੀਏ। ਨੈਚੁਰਲ ਜੀ ਗੱਲ ਹੈ, ਜਦੋਂ ਸਾਨੂੰ ਇੱਕ ਵਾਰੀ ਰਸਤਾ ਨਹੀਂ ਪਤਾ, ਠੀਕ ਹੈ, ਫਿਰ ਤਾਂ ਚਲੋ ਆਪਾਂ ਮੰਨਦੇ ਹਾਂ, ਬਟ ਜਦੋਂ ਰਸਤਾ ਪਤਾ ਲੱਗ ਹੀ ਗਿਆ ਫਿਰ ਤਾਂ ਓਬਵੀਅਸਲੀ ਗੱਲ ਸਾਰੇ ਆਉਣਾ ਚਾਹਣਗੇ ਵੀ ਹਾਂ ਦੇਖੋ ਇੰਡੀਆ ਦੇ ਵਿੱਚ ਟਰੇਡ ਵਧੀਆ ਪ੍ਰੋਫਿਟ ਹੋ ਰਿਹਾ, ਅਸੀਂ ਵੀ ਜਾਵਾਂਗੇ, ਮੈਂ ਵੀ ਜਾਊਂਗਾ, ਹੋੜ ਲੱਗ ਜਾਣੀ ਸੀਗੀ। ਬਟ ਕਿਉਂਕਿ ਜਿਹੜੀ ਇਹ ਵਾਲੀ ਕੰਪਨੀ ਸੀ ਜਿਹੜੀ ਇਨੀਸ਼ੀਅਲੀ ਇੰਡੀਆ ਦੇ ਵਿੱਚ ਆਈ ਸੀ, ਇਹ ਆਪਣੀ ਰਾਣੀ ਤੋਂ, ਕੁਈਨ ਤੋਂ ਇੱਕ ਮੋਨੋਪਲੀ ਲੈ ਕੇ ਆਈ ਸੀ, ਪ੍ਰੋਮਿਸ ਲੈ ਕੇ ਆਈ ਸੀ ਕਿ ਅਸੀਂ ਕੁਛ ਸਾਲਾਂ ਲਈ, ਅਸੀਂ 15 ਸਾਲਾਂ ਲਈ, ਅਸੀਂ 20 ਸਾਲਾਂ ਲਈ ਸਿਰਫ ਔਰ ਸਿਰਫ ਅਸੀਂ ਹੀ ਇੰਡੀਆ ਦੇ ਵਿੱਚ ਟਰੇਡ ਕਰਾਂਗੇ, ਠੀਕ ਹੈ। ਇਹ ਰਾਣੀ ਨੇ ਪ੍ਰੋਮਿਸ ਕੀਤਾ ਸੀਗਾ ਕਿ ਮੈਂ ਕਿਸੇ ਹੋਰ ਕੰਪਨੀ ਨੂੰ ਅਲਾਓ ਨਹੀਂ ਕਰਾਂਗੀ, ਠੀਕ ਹੈ, ਆਉਣ ਵਾਸਤੇ। ਤੁਹਾਡੇ ਕੋਲੇ 15-20 ਸਾਲਾਂ ਲਈ ਜਾਂ ਉਸ ਤੋਂ ਵੀ ਜ਼ਿਆਦਾ ਮੋਨੋਪਲੀ ਹੈਗੇ, ਤੁਸੀਂ ਆਪਣਾ ਨਿਸ਼ਚਿੰਤ ਹੋ ਕੇ ਕੰਮ ਕਰੋ, ਠੀਕ ਹੈ। ਇਹ ਚੀਜ਼ ਹੈ, ਤਾਂ ਕਰਕੇ ਜਿਹੜੇ ਇਹ ਟਰੇਡਰ ਸੀ ਇਹ ਹੋਰ ਜੈਲਸੀ ਫੀਲ ਕਰਦੇ ਸੀ ਵੀ ਸਾਨੂੰ ਕਿਉਂ ਨਹੀਂ ਜਾਣ ਦਿੱਤਾ ਜਾ ਰਿਹਾ, ਅਤੇ ਇਸੇ ਕਰਕੇ ਉਹ ਕੰਟੀਨਿਊਸਲੀ ਪ੍ਰੈਸ਼ਰ ਬਣਾ ਰਹੇ ਸੀ ਪਾਰਲੀਮੈਂਟ ਦੇ ਉੱਪਰ ਵੀ ਅਤੇ ਰਾਣੀ ਦੇ ਉੱਪਰ ਵੀ। ਇਹੀ ਕਾਰਨ ਹੈ ਕਿ 1813 ਦੇ ਵਿੱਚ ਆਉਂਦੇ ਕੰਪਨੀ ਜਿਹੜੀ ਮੋਨੋਪਲੀ ਸੀ ਓਵਰ ਟਰੇਡ ਇਨ ਇੰਡੀਆ ਦੈਟ ਵਾਜ਼ ਐਂਡਡ। ਇਹ ਇੱਕ ਟਰਨਿੰਗ ਪੁਆਇੰਟ ਸੀ ਬਹੁਤ ਜ਼ਿਆਦਾ 1813 ਦਾ ਐਕਟ, ਬਿਕਾਜ਼ ਇੱਥੇ ਜਿਹੜੀ ਮੋਨੋਪਲੀ ਸੀ ਉਹ ਖਤਮ ਹੋ ਗਈ। ਹੁਣ ਹੋਰ ਵੀ ਯੂਰਪੀਅਨਸ, ਹੋਰ ਵੀ ਬ੍ਰਿਟਿਸ਼ਰਸ ਇੰਡੀਆ ਦੇ ਵਿੱਚ ਐਂਟਰ ਹੋਏ, ਤਾਂ ਇੱਕ ਭਰਮਾਰ ਜੀ ਆਈ। 1813 ਤੋਂ ਬਾਅਦ ਬਿਲਕੁਲ ਹੀ ਚੇਂਜ ਹੋ ਗਿਆ ਸਟਰਕਚਰ। ਪਹਿਲਾਂ
ਜਿਹੜੀ ਕੰਪਨੀ ਦੀ ਪੋਲਿਸੀ ਸੀ ਉਹ ਸਿਰਫ ਇੱਕ ਚੀਜ਼ 'ਤੇ ਬੇਸਡ ਸੀਗੀ ਵੀ ਜ਼ਿਆਦਾ ਤੋਂ ਜ਼ਿਆਦਾ ਰੈਵਨਿਊ ਕਿਵੇਂ ਵਸੂਲਿਆ ਜਾਵੇ, ਟੈਕਸ ਕਿਵੇਂ ਵਸੂਲਿਆ ਜਾਵੇ, ਸਿਰਫ ਇਸ ਚੀਜ਼ ਦੇ ਉੱਪਰ ਲਿਮਿਟਡ ਸੀਗੀ। ਬਟ ਹੁਣ 1813 ਤੋਂ ਬਾਅਦ ਤਾਂ ਇਹਨਾਂ ਨੇ ਗਾਹੀ ਪਾਤਾ, ਇਹਨਾਂ ਨੇ ਸਿਰਫ ਇਸ ਚੀਜ਼ 'ਤੇ ਫੋਕਸ ਕੀਤੀ ਸਾਡੇ ਬੰਦੇ ਕਿਵੇਂ ਆਉਣ ਇੰਡੀਆ ਦੇ ਵਿੱਚ ਰॉ ਮਟੀਰੀਅਲ ਲੈ ਕੇ ਜਾਣ, ਅਸੀਂ ਬ੍ਰਿਟੇਨ ਦੇ ਵਿੱਚ ਉਹਨੂੰ ਫਿਨਿਸ਼ਡ ਗੁੱਡ ਬਣਾਈਏ, ਪੱਕਾ ਮਾਲ ਤਿਆਰ ਕਰੀਏ, ਵਾਪਸ ਫਿਰ ਇੰਡੀਆ ਦੇ ਵਿੱਚ ਵੇਚੀਏ। ਤਾਂ ਬਿਲਕੁਲ ਹੀ ਚੇਂਜ ਹੋ ਗਿਆ ਸੀ ਸਾਰਾ ਕੁਛ। ਪਹਿਲਾਂ ਕੀ ਹੁੰਦਾ ਸੀ, ਇੰਡੀਆ ਦੇ ਵਿੱਚੋਂ ਉਹ ਪੱਕਾ ਮਾਲ ਲੈ ਕੇ ਜਾਂਦੇ ਸੀਗੇ। ਸਾਡਾ ਕੋਟਨ ਦੁਨੀਆ ਭਰ ਦੇ ਵਿੱਚ ਫੇਮਸ ਸੀਗਾ, ਠੀਕ ਹੈ, ਕੋਟਨ ਦੇ ਕੱਪੜੇ ਵੀ ਫੇਮਸ ਸੀ ਸਾਡੇ। ਤਾਂ ਸਾਡੇ ਕੋਟਨ ਦੇ ਕੱਪੜੇ ਉੱਥੇ ਬਹੁਤ ਡਿਮਾਂਡ ਦੇ ਵਿੱਚ ਸੀਗੇ ਬ੍ਰਿਟੇਨ ਦੇ ਵਿੱਚ ਬਹੁਤ ਡਿਮਾਂਡ ਦੇ ਵਿੱਚ ਸੀ ਕੱਪੜੇ ਸਾਡੇ। ਤਾਂ ਪਹਿਲਾਂ ਕੀ ਹੁੰਦਾ ਸੀ, ਬਣੇ ਬਣਾਏ ਕੱਪੜੇ ਲੈ ਕੇ ਜਾਂਦੇ ਹੁੰਦੇ ਸੀ ਬ੍ਰਿਟਿਸ਼ਰਸ। ਹੁਣ ਕੀ ਨੇ, ਹੁਣ ਸਿਰਫ ਕਪਾਹ ਲੈ ਕੇ ਜਾਂਦੇ ਨੇ, ਕੋਟਨ ਲੈ ਕੇ ਜਾਂਦੇ ਨੇ ਅਤੇ ਕੱਪੜੇ ਬਣਾ ਕੇ ਲੈ ਕੇ ਆਉਂਦੇ ਨੇ ਇੰਡੀਆ ਦੇ ਵਿੱਚ ਵੇਚਣ ਨੂੰ। ਤਾਂ ਮਤਲਬ ਇੱਥੇ ਆ ਕੇ ਕਾਫੀ ਚੇਂਜ ਹੋਈਆਂ ਚੀਜ਼ਾਂ। ਪਹਿਲਾਂ ਰॉ ਮਟੀਰੀਅਲ ਲੈ ਕੇ ਜਾਇਆ ਕਰਦੇ ਸੀ, ਹੁਣ ਉਹ ਫਿਨਿਸ਼ਡ ਪ੍ਰੋਡਕਟ ਲੈ ਕੇ ਜਾਇਆ ਕਰਦੇ ਸੀ ਇੰਡੀਆ ਦੇ ਵਿੱਚੋਂ, ਹੁਣ ਇਕੱਲਾ ਰॉ ਮਟੀਰੀਅਲ ਲੈ ਕੇ ਜਾਂਦੇ ਨੇ, ਠੀਕ ਹੈ, ਉਹ ਵੀ ਬਹੁਤ ਘੱਟ ਰੇਟਾਂ ਦੇ ਉੱਪਰ। ਅਤੇ ਜਿਹੜਾ ਫਿਨਿਸ਼ਡ ਗੁੱਡ ਵੇਚਦੇ ਨੇ ਸਾਨੂੰ ਉਹ ਆ ਕੇ ਉਹ ਬਹੁਤ ਮਹਿੰਗੇ ਰੇਟਾਂ ਦੇ ਉੱਪਰ ਵੇਚਦੇ ਨੇ। ਹੁਣ ਇਹ ਚੇਂਜ ਹੋ ਗਿਆ ਸਾਰਾ ਕੁਛ। ਹਾਂ, ਹਾਲਾਂਕਿ ਜਿਹੜੀ ਕੰਪਨੀ ਦੀ ਮੋਨੋਪਲੀ ਇਨ ਟਰੇਡ ਵਿਦ ਚਾਈਨਾ ਅਤੇ ਟਰੇਡ ਇਨ ਟੀ, ਤਾਂ ਇਹ ਹਲੇ ਵੀ ਹੈਗੀ ਸੀ, ਇਹ ਮੋਨੋਪਲੀ ਹਲੇ ਵੀ ਹੈਗੀ ਸੀ। ਇਹ ਦੋਨੇ ਦੇਖੋ, ਇਹ ਜਿਹੜੇ ਸਾਰੇ ਐਕਟਸ ਨੇ ਨਾ, ਇਹਦੇ ਵਿੱਚ ਦੁਨੀਆ ਭਰ ਦੀਆਂ ਪ੍ਰੋਵੀਜ਼ਨਸ ਨੇ ਬੁੱਕਸ ਦੇ ਵਿੱਚ। ਤੁਸੀਂ ਡਿਫਰੈਂਟ ਬੁੱਕਸ ਚੱਕੋਗੇ ਨਾ, ਦੁਨੀਆ ਭਰ ਦੀਆਂ ਪ੍ਰੋਵੀਜ਼ਨਸ ਨੇ, ਬਟ ਤੁਸੀਂ ਕੋਈ ਨਹੀਂ ਪੜ੍ਹਨੀ ਉਹਨਾਂ 'ਚੋਂ। ਤੁਸੀਂ ਸਿਰਫ ਇਹੀ ਪੜ੍ਹਨੀਆਂ ਨੇ ਜੋ ਇਸ ਸਲਾਈਡ ਦੇ ਵਿੱਚ ਮੈਂ ਤੁਹਾਨੂੰ ਪੜ੍ਹਾ ਰਿਹਾ, ਬਿਕਾਜ਼ ਪੇਪਰ ਦੇ ਵਿੱਚ ਸਿਰਫ ਇਹੀ ਆਉਣਗੀਆਂ। ਹੋਰ ਸਾਰੀਆਂ ਚੀਜ਼ਾਂ ਸਿਰਫ ਔਰ ਸਿਰਫ ਤੁਹਾਨੂੰ ਕਨਫਿਊਜ਼ ਕਰਨਗੀਆਂ, ਹੋਰ ਉਸ ਤੋਂ ਇਲਾਵਾ ਤੁਹਾਨੂੰ ਕੁਝ ਵੀ ਨਹੀਂ ਦੇਣਗੀਆਂ। ਤੁਹਾਨੂੰ ਲੱਗੂਗਾ ਕਿ ਹਾਂ ਇਹ ਬਹੁਤ ਜ਼ਰੂਰੀ ਹੈ, ਇਹ ਇੰਪੋਰਟੈਂਟ ਹੈ, ਬਟ ਇਹ ਜਿਹੀਆਂ ਹਜ਼ਾਰਾਂ ਚੀਜ਼ਾਂ ਨੇਗੀਆਂ, ਠੀਕ ਹੈ। ਤੁਸੀਂ ਬਿਲਕੁਲ ਵੀ ਆਪਣੇ ਦੇਖੋ, ਤੁਸੀਂ ਮੇਰੇ 'ਤੇ ਟਰਸਟ ਕਰ ਸਕਦੇ ਇਸ ਚੀਜ਼ 'ਤੇ ਵੀ ਤੁਸੀਂ ਹੋਰ ਕੁਝ ਨਹੀਂ ਪੜ੍ਹਨਾ ਹੈਗਾ, ਤੁਸੀਂ ਫਾਲਤੂ ਦੇ ਕਨਫਿਊਜ਼ ਹੋਵੋਗੇ। ਕੁਐਸਚਨ 99% ਚਾਂਸਿਸ ਨੇ ਵੀ ਇਹਨਾਂ ਦੇ ਵਿੱਚੋਂ ਹੀ ਆਊਗਾ ਜਿਹੜੀਆਂ ਚੀਜ਼ਾਂ ਮੈਂ ਕਰਵਾ ਰਿਹਾ, ਠੀਕ ਹੈ। ਬਹੁਤ ਘੱਟ ਚਾਂਸ ਹੈ ਕਿ ਇਹਨਾਂ ਤੋਂ ਬਾਹਰ ਕੁਝ ਆ ਜਾਏ, ਬਟ ਅਸੀਂ ਉਹ ਟਾਈਮ ਕਿਉਂ ਵੇਸਟ ਕਰੀਏ, ਅਸੀਂ ਉਹ ਟਾਈਮ ਕਿਸੇ ਚੀਜ਼ 'ਤੇ ਇਨਵੈਸਟ ਕਰ ਲਾਂਗੇ, ਮੈਥ ਰੀਜ਼ਨਿੰਗ 'ਤੇ ਇਨਵੈਸਟ ਕਰ ਲਾਂਗੇ, ਠੀਕ ਹੈ ਨਾ। ਤਾਂ ਤੁਹਾਨੂੰ ਇਹ ਰੈਡੀਮੇਡ ਚੀਜ਼ਾਂ ਮਿਲ ਰਹੀਆਂ ਨੇ, ਜਸਟ ਇੰਜੋਏ ਯਾਰ, ਕੀ ਦਿੱਕਤ ਹੈ, ਠੀਕ ਹੈ। ਤਾਂ ਇਹ ਦੋ ਪੁਆਇੰਟ ਇੰਪੋਰਟੈਂਟ ਨੇ ਵੀ ਕੰਪਨੀ ਦੀ ਜਿਹੜੀ ਮੋਨੋਪਲੀ ਇੰਡੀਆ ਦੇ ਵਿੱਚ ਹੈ ਉਹ ਤਾਂ ਖਤਮ ਹੋ ਗਈ ਸੀ, ਬਟ ਮੋਨੋਪਲੀ ਵਿਦ ਟਰੇਡ ਇਨ ਚਾਈਨਾ ਅਤੇ ਟਰੇਡ ਇਨ ਟੀ ਇਹ ਹਲੇ ਵੀ ਹੈਗੀ ਸੀ। ਤਾਂ ਮਤਲਬ ਇੱਥੇ ਹਲੇ ਵੀ ਕਿਸੇ ਹੋਰ ਯੂਰਪੀਅਨ ਨੂੰ, ਕਿਸੇ ਹੋਰ ਬ੍ਰਿਟਿਸ਼ਰ ਨੂੰ ਅਲਾਊਡ ਨਹੀਂ ਸੀਗਾ ਵੀ ਤੁਸੀਂ ਜਾ ਕੇ ਉੱਥੇ ਟਰੇਡ ਕਰੋ, ਠੀਕ ਹੈ। ਇੰਡੀਆ ਦੇ ਵਿੱਚ ਜਿਹੜੀ ਟਰੇਡ ਸੀ ਉਹਦੇ ਵਿੱਚ ਮੋਨੋਪਲੀ ਖਤਮ ਹੋ ਗਈ ਸੀ। ਕਦੋਂ? 1813 ਦੇ ਵਿੱਚ। ਇੱਥੋਂ ਕਿਵੇਂ ਯਾਦ ਰੱਖ ਸਕਦੇ ਆਪਾਂ ਕਿ ਦੇਖੋ, ਜਿਹੜਾ ਇੱਦੋਂ ਪਹਿਲਾਂ ਐਕਟ ਸੀਗਾ ਉਹ ਸੀਗਾ 1793 ਦਾ। ਤਾਂ 1800 ਤੋਂ ਆਉਣ ਤੋਂ ਬਾਅਦ ਜਿਹੜਾ ਪਹਿਲਾ ਐਕਟ ਆਇਆ ਉਹਦੇ ਵਿੱਚ ਹੀ ਮੋਨੋਪਲੀ ਖਤਮ ਕਰਤੀ ਸੀ, ਪਹਿਲੇ ਐਕਟ ਦੇ ਵਿੱਚ ਵੀ। 18 ਤੋਂ ਬਾਅਦ ਜਿਹੜਾ ਪਹਿਲਾ ਐਕਟ ਆਇਆ, ਉਦੋਂ ਪਹਿਲਾਂ ਕੀ ਸੀ 17। ਜਦੋਂ ਹੀ 18 ਆਇਆ ਤਾਂ 18 ਦੇ ਵਿੱਚੋਂ ਪਹਿਲਾ ਐਕਟ ਜਿਹੜਾ ਉਹ ਸੀ ਉਹ ਆਪਾਂ ਯਾਦ ਰੱਖਾਂਗੇ ਕਿ 13 ਸੀਗਾ, 1813। ਤਾਂ ਪਹਿਲੇ ਐਕਟ ਦੇ ਵਿੱਚ ਹੀ ਮੋਨੋਪਲੀ ਖਤਮ ਹੋ ਗਈ ਸੀ, ਇਹ ਯਾਦ ਰੱਖਾਂਗੇ ਆਪਾਂ। ਹੁਣ ਇੱਕ ਚਾਰਟਰ ਐਕਟ ਆਫ 1833 ਹੈਗਾ। ਹੁਣ ਇਹਦੇ ਵਿੱਚ ਜਿਹੜੀ ਮੋਨੋਪਲੀ ਪਹਿਲਾਂ ਰਹਿ ਗਈ ਸੀ ਪਿਛਲੇ ਐਕਟ ਦੇ ਵਿੱਚ, ਕੀ ਮਤਲਬ ਵੀ ਟਰੇਡ ਵਿਦ ਚਾਈਨਾ ਐਂਡ ਟਰੇਡ ਇਨ ਟੀ, ਉਹ ਵੀ ਖਤਮ ਹੋ ਗਈ, ਦੈਟ ਆਲਸੋ ਐਂਡਡ। ਹੁਣ ਫਿਰ ਇਹਦੇ ਵਿੱਚ ਵੀ ਮੋਨੋਪਲੀ ਨਹੀਂ ਰਹੀ ਹੈਗੀ। ਤਾਂ ਮਤਲਬ ਕੀ ਕਹਾਂਗੇ ਆਪਾਂ ਵੀ 18 ਦੇ ਵਿੱਚ ਜਿਹੜਾ ਦੂਸਰਾ ਐਕਟ ਆਇਆ ਉਹਦੇ ਵਿੱਚ ਚਾਈਨਾ ਨਾਲ ਜਿਹੜੀ ਮੋਨੋਪਲੀ ਸੀ ਉਹ ਵੀ ਖਤਮ ਹੋ ਗਈ, ਠੀਕ ਹੈ। ਇੱਕ ਹੋਰ ਵੱਡੀ ਚੀਜ਼ ਇੱਥੇ ਕੀ ਹੋਈ, ਜਿਹੜਾ ਗਵਰਨਰ ਜਨਰਲ ਆਫ ਬੰਗਾਲ ਸੀ ਸਾਡਾ, ਉਹ ਹੁਣ ਗਵਰਨਰ ਜਨਰਲ ਆਫ ਇੰਡੀਆ ਬਣ ਗਿਆ। ਇਹ ਬਹੁਤ ਵੱਡੀ ਇੱਕ ਡਿਵੈਲਪਮੈਂਟ ਹੋਈ ਹੈ ਇੱਥੇ। ਤਾਂ ਪਹਿਲੇ ਜਿਹੜੇ ਗਵਰਨਰ ਜਨਰਲ ਆਫ ਇੰਡੀਆ ਕੌਣ ਸੀ ਸਾਡੇ? ਫਸਟ ਗਵਰਨਰ ਜਨਰਲ ਆਫ ਇੰਡੀਆ ਉਹ ਕੌਣ ਸੀ? ਵਿਲੀਅਮ ਬੈਂਟਿਕ। ਇਹਨਾਂ ਦਾ ਇੱਕ ਰਿਫਾਰਮ ਬਹੁਤ ਫੇਮਸ ਹੈ ਜੀ। 1829 ਦੇ ਵਿੱਚ ਇਹਨਾਂ ਨੇ ਸਤੀ ਬੈਨ ਕਰਤੀ ਸੀ। ਸਤੀ ਬੈਨ ਦਾ ਇਹਨਾਂ ਨੇ ਐਕਟ ਲੈ ਕੇ ਆਂਦਾ ਸੀਗਾ। ਤਾਂ ਬਹੁਤ ਵੱਡੀ ਇਹਨਾਂ ਦੀ ਕੰਟਰੀਬਿਊਸ਼ਨ ਹੈ। ਕਿਹਨੇ ਇਹਨਾਂ ਦਾ ਜ਼ਿਆਦਾ ਐਡਵੋਕੇਟ ਕੀਤਾ, ਮਤਲਬ ਕੌਣ ਜਿਹਨੇ ਪ੍ਰੋਟੈਸਟ ਕੀਤੇ? ਰਾਜਾ ਰਾਮ ਮੋਹਨ ਰਾਏ ਨੇ। ਤਾਂ ਇਹਨਾਂ ਦੇ ਜਿਹੜੇ ਐਕਸ਼ਨ ਕਰਕੇ ਵਿਲੀਅਮ ਬੈਂਟਿਕ ਨੇ 1829 ਦੇ ਵਿੱਚ ਸਤੀ ਪ੍ਰਥਾ ਨੂੰ ਬੈਨ ਕਰਤਾ ਸੀ, ਠੀਕ ਹੈ। ਹੁਣ ਆਪਾਂ ਗੱਲ ਕਰਦੇ ਹਾਂ 1853 ਦੇ ਐਕਟ। ਇਹਦੇ ਵਿੱਚ ਵੀ ਕਾਫੀ ਚੀਜ਼ਾਂ ਸੀਗੀਆਂ, ਬਟ ਅਗੇਨ ਉਹ ਜ਼ਿਆਦਾ ਇੰਪੋਰਟੈਂਟ ਨਹੀਂ ਹੈਗੀਆਂ। ਦੇਖੋ, ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ, ਮੈਂ ਬਿਲਕੁਲ ਜਿਹੜੀਆਂ ਮੋਸਟ ਇੰਪੋਰਟੈਂਟ ਚੀਜ਼ਾਂ ਨੇ ਤੁਹਾਨੂੰ ਉਹ ਕਰਾ ਰਿਹਾ ਤਾਂ ਕਿ ਤੁਹਾਡਾ ਘੱਟੋ ਘੱਟ ਟਾਈਮ ਵੇਸਟ ਹੋਵੇ ਅਤੇ ਤੁਸੀਂ ਮੈਕਸੀਮਮ ਜ਼ਿਆਦਾ ਤੋਂ ਜ਼ਿਆਦਾ ਚੀਜ਼ਾਂ ਕਵਰ ਕਰ ਪਾਓ, ਠੀਕ ਹੈ। ਇਹੀ ਮੋਟਿਵ ਹੈ ਇਸ ਸੈਸ਼ਨ ਦਾ, ਇਸ ਸਾਰੇ ਕੋਰਸ ਦਾ, ਠੀਕ ਹੈ। ਐਕਟ ਫॉर ਬੈਟਰ ਗਵਰਨਮੈਂਟ ਆਫ ਇੰਡੀਆ 1858। ਤੁਹਾਨੂੰ ਇਹ ਮੈਂ ਬਹੁਤ ਡਿਟੇਲ ਦੇ ਵਿੱਚ ਕਰਾ ਚੁੱਕਿਆ। ਕਦੋਂ? ਜਦੋਂ ਅਸੀਂ ਕੀਤਾ ਸੀ ਚੈਪਟਰ ਇੰਡੀਆ ਆਫਟਰ 1857। ਅਸੀਂ ਜਦੋਂ 1857 ਦਾ ਰਿਵੋਲਟ ਕੀਤਾ ਸੀ, ਉਸ ਦਾ ਨੈਕਸਟ ਚੈਪਟਰ ਅਸੀਂ ਕੀਤਾ ਸੀ ਇੰਡੀਆ ਆਫਟਰ 1857। ਤਾਂ ਉਸ ਚੈਪਟਰ ਦੇ ਵਿੱਚ ਅਸੀਂ ਕਾਫੀ ਡਿਟੇਲ ਦੇ ਵਿੱਚ ਇਹਦੀਆਂ ਪ੍ਰੋਵੀਜ਼ਨਸ ਪੜ੍ਹੀਆਂ ਨੇਗੀਆਂ। ਈਵਨ ਕਿ ਇਸ ਜਿਹੜਾ
ਕਾਊਂਸਲ ਐਕਟ ਹੈ ਉਹਦੀਆਂ ਵੀ ਪ੍ਰੋਵੀਜ਼ਨਸ ਪੜ੍ਹੀਆਂ ਨੇ ਆਪਾਂ ਨੇ, ਠੀਕ ਹੈ, ਕਾਫੀ ਡਿਟੇਲ ਦੇ ਵਿੱਚ ਵੀ 1857 ਤੋਂ ਬਾਅਦ ਜਿਹੜੀ ਅੰਗਰੇਜ਼ ਸਰਕਾਰ ਹੈ ਉਹਨੂੰ ਕਾਫੀ ਕੁਝ ਚੇਂਜ ਕਰਨਾ ਪਿਆ ਸੀ। ਫੋਰ ਐਗਜ਼ਾਮਪਲ ਮਿਲਟਰੀ ਅਸੀਂ ਦੇਖਿਆ ਸੀ ਕਿ ਬੰਗਾਲ ਆਰਮੀ ਦੇ ਵਿੱਚ 1:2 ਲੈ ਕੇ ਆਉਣਾ ਪਿਆ ਸੀ ਇਹਨਾਂ ਨੂੰ, ਅਤੇ ਮਦਰਾਸ ਤੇ ਬੰਬੇ ਆਰਮੀ ਦੇ ਵਿੱਚ 2:5 ਲੈ ਕੇ ਆਉਣਾ ਪਿਆ ਸੀਗਾ, ਠੀਕ ਹੈ। ਅਗਰ ਤੁਸੀਂ ਮੀਨਿੰਗ ਥੋੜ੍ਹਾ ਯਾਦ ਨਹੀਂ ਤਾਂ ਤੁਸੀਂ ਪਲੀਜ਼ ਇਹ ਵਾਲਾ ਚੈਪਟਰ ਦੁਬਾਰਾ ਸਮਝ ਲਓ, ਦੁਬਾਰਾ ਦੇਖ ਲਓ ਇੱਕ ਵਾਰੀ। ਅਸੀਂ ਹੋਰ ਕੀ ਪ੍ਰੋਵੀਜ਼ਨ ਦੇਖੀ ਸੀਗੀ ਕਿ ਜਿਹੜਾ ਗਵਰਨਰ ਜਨਰਲ ਸੀ ਹੁਣ ਉਹ ਵਾਇਸਰਾਏ ਬਣ ਗਿਆ ਸੀ, ਇਹ ਵੀ ਅਸੀਂ ਦੇਖਿਆ ਸੀ ਉਸ ਟਾਈਮ। ਅਤੇ ਪਹਿਲਾਂ ਕੌਣ ਸੀਗਾ? ਓਬਵੀਅਸਲੀ ਲਾਰਡ ਕੈਨਿੰਗ। ਤਾਂ ਐਸੇ ਕਈ ਅਸੀਂ ਪ੍ਰੋਵੀਜ਼ਨ ਦੇਖੇ ਸੀ ਜਿਹੜੇ ਕਿ ਆਏ ਸੀਗੇ। ਇੱਕ ਚੀਜ਼ ਹੋਰ ਦੇਖੀ ਸੀ ਅਸੀਂ ਕਿ ਸਿਵਲ ਸਰਵਿਸਿਜ਼ ਐਕਟ, ਇੰਡੀਅਨ ਸਿਵਲ ਸਰਵਿਸ ਐਕਟ, ਉਹ ਵੀ 1861 ਦੇ ਵਿੱਚ ਸੀਗਾ। ਹੁਣ ਇਸ ਤੋਂ ਬਾਅਦ ਕੀ ਹੋਇਆ ਸੀ, ਜਿਹੜੇ ਸਿਵਲ ਸਰਵਿਸਿਜ਼ ਸੀਗੇ ਉਹ ਸਾਡੇ ਇੰਡੀਅਨਸ ਲਈ ਵੀ ਓਪਨ ਹੋ ਗਿਆ ਸੀ, ਅਸੀਂ ਇਹ ਚੀਜ਼ ਵੀ ਦੇਖੀ ਸੀ, ਠੀਕ ਹੈ ਨਾ। ਤਾਂ ਆਪਣਾ ਪਹਿਲਾ ਜਿਹੜਾ ਇੰਡੀਅਨ ਸੀ ਕੌਣ ਬਣਿਆ ਸੀ 1863 ਦੇ ਵਿੱਚ? ਸਤਿੰਦਰ ਨਾਥ ਟੈਗੋਰ, SN ਟੈਗੋਰ। ਸਤਿੰਦਰ ਨਾਥ ਟੈਗੋਰ ਸਾਡੇ ਪਹਿਲੇ ਇੰਡੀਅਨ ਸੀ ਜਿਹੜੇ ਕਿ ICS ਇੰਡੀਅਨ ਸਿਵਲ ਸਰਵਿਸਿਜ਼ ਦੇ ਵਿੱਚ ਮਤਲਬ ਉਹਨਾਂ ਨੇ ਐਗਜ਼ਾਮ ਕਰੈਕ ਕੀਤਾ ਇੰਡੀਅਨ ਸਿਵਲ ਸਰਵਿਸਿਜ਼ ਦਾ, ਪਹਿਲੇ ਇੰਡੀਅਨ ਸੀ ਸਾਡੇ, ਠੀਕ ਹੈ। ਕੌਣ ਸੀਗੇ? ਸਤਿੰਦਰ ਨਾਥ ਟੈਗੋਰ, SN ਟੈਗੋਰ 1863 ਦੇ ਵਿੱਚ, ਠੀਕ ਹੈ ਜੀ। ਹੋਰ ਵੀ ਬਹੁਤ ਸਾਰੀਆਂ ਪ੍ਰੋਵੀਜ਼ਨਸ ਆਪਣੇ ਕੀਤੀਆਂ ਸੀਗੀਆਂ ਕਿ ਜਿਹੜੀਆਂ ਕਿ 1857 ਦੇ ਰਿਵੋਲਟ ਤੋਂ ਬਾਅਦ ਉਹਨਾਂ ਨੂੰ ਚੇਂਜ ਕਰਨੀਆਂ ਪਈਆਂ ਸੀ। ਇੱਕ ਸਭ ਤੋਂ ਵੱਡਾ ਆਪਣੇ ਕੀ ਕੀਤਾ ਸੀਗਾ ਕਿ ਕੰਪਨੀ ਸੀ ਜਿਹੜੀ ਇੰਗਲਿਸ਼ ਕੰਪਨੀ ਉਹੀ ਅਬੋਲਿਸ਼ ਕਰਤੀ ਸੀਗੀ। ਹੁਣ ਸਿੱਧਾ ਜਿਹੜਾ ਬ੍ਰਿਟਿਸ਼ ਮੋਨਾਰਕ ਸੀ ਜਾਂ ਰਾਣੀ ਸੀ ਜਾਂ ਰਾਜਾ ਸੀ, ਕੁਈਨ ਵਿਕਟੋਰੀਆ ਸੀ ਜਿਹੜੀ, ਉਹੀ ਹੁਣ ਸਾਡੀ ਸੋਵਰਨ ਬਣ ਗਈ ਸੀ, ਉਹੀ ਸਾਡੀ ਐਂਪਰੈਸ ਬਣ ਗਈ ਸੀ। ਉਹਨੇ 1876 ਦੇ ਵਿੱਚ ਟਾਈਟਲ ਲੈ ਲਿਆ ਸੀ ਐਂਪਰੈਸ ਆਫ ਇੰਡੀਆ। ਇਹ ਬ੍ਰਿਟੇਨ ਦੀ ਰਾਣੀ ਨੇ ਟਾਈਟਲ ਲੈ ਲਿਆ ਸੀ 1876 ਦੇ ਵਿੱਚ, ਠੀਕ ਹੈ। ਬਟ ਡਿਕਲੇਅਰ ਹੋਣੀ ਕਰਤਾ ਸੀ ਕਿਉਂਕਿ 1858 ਤੋਂ ਬਾਅਦ ਕੰਪਨੀ ਖਤਮ ਕਰਤੀ ਸੀ, ਸਿੱਧਾ ਕਰਾਊਨ ਰੂਲ ਆ ਗਿਆ ਸੀਗਾ। ਇਹ ਚੀਜ਼ ਅਸੀਂ ਕਾਫੀ ਡਿਟੇਲ ਦੇ ਵਿੱਚ ਕੀਤੀ ਹੈ। ਇਹ ਚੀਜ਼ ਵੀ ਕੀਤੀ ਸੀ ਕਿ ਜਿਹੜੀਆਂ ਹੁਣ ਪ੍ਰੋਵਿੰਸਿਸ ਸੀਗੀਆਂ ਪਹਿਲਾਂ ਤਾਂ ਇਹ ਜਿਹੜਾ ਇੰਡੀਆ ਦੇ ਵਿੱਚ ਗਵਰਨਰ ਜਨਰਲ ਆਫ ਇੰਡੀਆ ਬੈਠਾ ਸੀਗਾ, ਠੀਕ ਹੈ, ਮੰਨ ਲਓ ਆ ਇੰਡੀਆ ਹੈਗਾ, ਠੀਕ ਹੈ, ਇਹ ਬੰਗਾਲ ਸੀ, ਇਹ ਮਦਰਾਸ ਸੀ, ਇਹ ਬੰਬੇ ਸੀ, ਠੀਕ ਹੈ। ਹੁਣ ਜਿਹੜੀਆਂ ਇਹ ਪ੍ਰੋਵਿੰਸਿਸ ਸੀਗੀਆਂ ਪਹਿਲਾਂ ਤਾਂ ਗਵਰਨਰ ਜਨਰਲ ਆਫ ਇੰਡੀਆ ਦੇ ਉੱਪਰ ਡਿਪੈਂਡੈਂਟ ਸੀਗੀਆਂ ਹਰ ਚੀਜ਼ ਵਾਸਤੇ, ਇਹਦੇ ਵੱਲ ਦੇਖਦੀਆਂ ਸੀਗੀਆਂ ਪਹਿਲਾਂ ਹਰ ਚੀਜ਼ ਨੂੰ। ਹੁਣ ਅਸੀਂ ਕੀ ਕੀਤਾ, ਹੁਣ ਅਸੀਂ ਸਾਰਾ ਕੁਝ ਇਹਨਾਂ ਦੇ ਜਿਹੜੇ ਪਾਵਰ ਸੀਗੀਆਂ ਪ੍ਰੋਵਿੰਸਿਸ ਦੀਆਂ, ਸਟੇਟਸ ਦੀਆਂ, ਇਹ ਵੀ ਡਾਇਰੈਕਟਲੀ ਇੰਗਲੈਂਡ ਤੋਂ ਆ ਰਹੀਆਂ ਸੀਗੀਆਂ, ਡਾਇਰੈਕਟਲੀ ਕਰਾਊਨ ਤੋਂ ਆ ਰਹੀਆਂ ਸੀ, ਡਾਇਰੈਕਟਲੀ ਰਾਣੀ ਤੋਂ ਆ ਰਹੀਆਂ ਸੀ। ਤਾਂ ਮਤਲਬ ਹੁਣ ਇਹ ਗਵਰਨਰ ਜਨਰਲ ਆਫ ਇੰਡੀਆ ਦੇ ਅਧੀਨ ਨਹੀਂ ਸੀਗੇ। ਬਹੁਤ ਹੱਦ ਤੱਕ ਇਹਨਾਂ ਨੂੰ ਹੋਰ ਜਿਹੜੀ ਛੋੜ ਦੇ ਦਿੱਤੀ ਸੀ ਕਿ ਇਹ ਹੁਣ ਸਿੱਧਾ ਇੰਗਲੈਂਡ ਤੋਂ ਇਹ ਮਤਲਬ ਆਪਣੀ ਪਾਵਰਸ ਬੋਰੋ ਕਰਦੇ ਸੀਗੇ। ਪਹਿਲਾਂ ਕਿਹਦੇ ਵੱਲ ਦੇਖਦੇ ਸੀ, ਇਹ ਕਲਕੱਤਾ ਵੱਲ ਦੇਖਦੇ ਸੀਗੇ ਵੀ ਕਲਕੱਤਾ ਦੇ ਵਿੱਚ ਸਾਡਾ ਮਾਈ ਬਾਪ ਬੈਠਾ ਹੈਗਾ। ਹੁਣ ਇਹਨਾਂ ਦਾ ਮਾਈ ਬਾਪ ਕਿੱਥੇ ਬੈਠਾ ਸੀਗਾ? ਇੰਗਲੈਂਡ ਦੇ ਵਿੱਚ। ਇਹ ਵੱਡਾ ਇੱਕ ਚੇਂਜ ਆਇਆ ਸੀਗਾ ਇਸ ਐਕਟ ਤੋਂ ਬਾਅਦ। ਤਾਂ ਇਹ ਦੋਨੋਂ ਐਕਟ ਆਪਣੇ ਕਾਫੀ ਡਿਟੇਲ ਦੇ ਵਿੱਚ ਦੇਖੇ ਨੇ, ਤੁਸੀਂ ਇੱਕ ਵਾਰੀ ਦੁਬਾਰਾ ਦੇਖ ਸਕਦੇ ਹੋ। ਨੈਕਸਟ ਆਉਂਦਾ ਜੀ ਆਪਣਾ ਇੰਡੀਅਨ ਕਾਊਂਸਲਸ ਐਕਟ 1892। ਇਹਦੇ ਵਿੱਚ ਕੁਝ ਜ਼ਿਆਦਾ ਇੰਪੋਰਟੈਂਟ ਨਹੀਂ ਸੀਗਾ। ਇੱਕ ਸਭ ਤੋਂ ਬੜੀ ਇੰਪੋਰਟੈਂਟ ਚੀਜ਼ ਉਹ ਵੀ ਹੁਣ ਬਣਨ ਲੱਗੀ ਇੰਪੋਰਟੈਂਟ, ਉਹ ਕਿਉਂ ਮੈਂ ਦੱਸਦਾ। ਇਹਦੇ ਵਿੱਚ ਸਭ ਤੋਂ ਪਹਿਲਾਂ ਜਿਹੜੇ ਸਾਡੇ ਇੰਡੀਅਨ ਲੈਜਿਸਲੇਟਰ ਸੀਗੇ, ਤੁਹਾਨੂੰ ਪਤਾ ਹੈ ਕਿ ਸਾਡੇ ਜਿਹੜੇ ਮੋਡਰੇਟਸ ਸੀਗੇ 1885 ਦੇ ਵਿੱਚ ਸਾਡੀ ਕਾਂਗਰਸ ਇਸਟੈਬਲਿਸ਼ ਹੋਈ ਸੀਗੀ, ਠੀਕ ਹੈ। ਤਾਂ ਉਹਨਾਂ ਦੇ ਵਿੱਚ ਪਹਿਲੇ ਮੋਡਰੇਟਸ ਜਿਹੜੇ ਉਹ ਕੀ ਹੀ ਡਿਮਾਂਡ ਕਰਦੇ ਸੀ ਹਮੇਸ਼ਾ ਕਿ ਜਿਹੜੇ ਕਾਊਂਸਲ ਦੇ ਵਿੱਚ ਰਿਫਾਰਮ ਹੋਣ। ਅਸੀਂ ਪਹਿਲਾਂ ਵੀ ਕੀਤਾ ਹੈ ਕਿ ਉਹ ਕੋਈ ਆਜ਼ਾਦੀ ਨਹੀਂ ਮੰਗਦੇ ਸੀਗੇ, ਉਹ ਸਿਰਫ ਰਿਫਾਰਮ ਮੰਗਦੇ ਸੀਗੇ, ਠੀਕ ਹੈ। ਤਾਂ ਜਿਹੜਾ ਇੰਡੀਅਨ ਕਾਊਂਸਲ ਐਕਟ 1892 ਸੀ, ਅਸੀਂ ਦੇਖਿਆ ਸੀ ਇਹ ਕਾਫੀ ਹੱਦ ਤੱਕ ਇਹ ਕਾਂਗਰਸ ਦਾ ਰਿਜ਼ਲਟ ਸੀ, ਵੀ ਕਾਂਗਰਸ ਦੀ ਡਿਮਾਂਡ ਸੀਗੀ ਕਿ ਕਾਊਂਸਲ ਦੇ ਵਿੱਚ ਰਿਫਾਰਮ ਲੈ ਕੇ ਆ ਜਾਣ। ਤਾਂ ਕਾਫੀ ਹੱਦ ਤੱਕ ਇਹ ਉਸ ਚੀਜ਼ ਦਾ ਰਿਜ਼ਲਟ ਸੀਗਾ, ਠੀਕ ਹੈ। ਸਿਰਫ 7 ਸਾਲਾਂ ਬਾਅਦ ਹੀ ਸਰਕਾਰ ਨੂੰ ਇੱਕ ਇੰਡੀਅਨ ਕਾਊਂਸਲ ਐਕਟ 1892 ਲੈ ਕੇ ਆਉਣਾ ਪਿਆ ਸੀਗਾ, ਠੀਕ ਹੈ। ਹੁਣ ਕੁਛ ਇੱਕ ਵੱਡੀ ਪ੍ਰੋਵੀਜ਼ਨ ਇਹਦੇ ਵਿੱਚ ਕੀ ਸੀ ਕਿ ਜਿਹੜੇ ਲੈਜਿਸਲੇਟਰ ਸੀਗੇ, ਮੰਨ ਲਓ ਜਿਵੇਂ MP ਨੇ ਜਿਹੜੇ ਆਪਣੇ ਅੱਜ ਦੇ, ਉਸ ਤਰ੍ਹਾਂ ਦੇ ਜਿਹੜੇ ਬੰਦੇ ਸੀ ਉਸ ਕਾਊਂਸਲ ਦੇ ਵਿੱਚ, ਤਾਂ ਉਹਨਾਂ ਨੂੰ ਹੁਣ ਕੁਐਸਚਨ ਪੁੱਛਣ ਦੀ ਆਜ਼ਾਦੀ ਹੋ ਗਈ ਸੀਗੀ। ਪਹਿਲਾਂ ਉਹ ਕੁਐਸਚਨ ਨਹੀਂ ਕਰ ਸਕਦੇ ਸੀ ਸਰਕਾਰ ਨੂੰ, ਠੀਕ ਹੈ, ਜਾਂ ਗਵਰਨਰ ਜਨਰਲ ਨੂੰ ਜਾਂ ਗਵਰਨਰ ਨੂੰ ਕੁਐਸਚਨ ਨਹੀਂ ਕਰ ਸਕਦੇ ਸੀਗੇ। ਹੁਣ ਕੁਐਸਚਨ ਕਰਨ ਲੱਗੇ। ਤਾਂ ਦਿਸ ਵਾਜ਼ ਦ ਸਟਾਰਟਿੰਗ ਆਫ ਆਵਰ ਕੁਐਸਚਨ ਆਵਰ। ਅਗਰ ਤੁਸੀਂ ਪੋਲਿਟੀ ਥੋੜ੍ਹੀ ਬਹੁਤ ਪੜ੍ਹੀ ਹੈ ਤਾਂ ਉਹਦੇ ਵਿੱਚ ਸਾਡਾ ਇੱਕ ਕੁਐਸਚਨ ਆਰ ਹੁੰਦਾ, ਠੀਕ ਹੈ। ਤਾਂ ਉਹ ਵਾਲਾ ਕੁਐਸਚਨ ਆਰ 1892 ਦੇ ਵਿੱਚ ਆਪਾਂ ਕਹਾਂਗੇ ਸਟਾਰਟ ਹੋਇਆ ਸੀਗਾ। ਇਹ ਕੁਐਸਚਨ ਆਰ ਇੰਪੋਰਟੈਂਟ ਕਿਉਂ ਹੈ? ਬਿਕਾਜ਼ ਹੁਣ ਕੋਵਿਡ ਕਰਕੇ ਕਈ ਸਟੇਟਸ ਨੇ, ਬਲਕਿ ਪਾਰਲੀਮੈਂਟ ਨੇ ਵੀ ਕੁਐਸਚਨ ਆਰ ਨੂੰ ਜਾਂ ਤਾਂ ਬਿਲਕੁਲ ਹੀ ਖਤਮ ਕਰਤਾ ਸੀਗਾ ਜਾਂ ਫਿਰ ਕੁਐਸਚਨ ਆਰ ਦੀ ਟਾਈਮਿੰਗ ਘਟਾਤੀ ਸੀਗੀ, ਠੀਕ ਹੈ। ਤਾਂ ਕਾਫੀ ਨਿਊਜ਼ ਦੇ ਵਿੱਚ ਰਿਹਾ ਸੀ ਕੁਐਸਚਨ ਆਰ। ਇਸੇ ਕਰਕੇ ਹੁਣ ਮੈਂ ਹੁਣ ਕਹਿ ਰਿਹਾ ਕਿ ਹੁਣ ਇਹ ਪ੍ਰੋਵੀਜ਼ਨ ਇੰਪੋਰਟੈਂਟ ਬਣੀ ਹੈ
कि क्वेश्चन बन सकता है इसों कि क्वेश्चन आर एक्चुअली स्टार्ट कदों होया सी, तो असीं कहांगे इंडियन काउंसिल दा एक्ट 1892 तो बाद यह क्वेश्चन आवर स्टार्ट होया सीगा। ठीक है, तां करके इंपोर्टेंट बन जांदा है क्योंकि पिछले साल दे विच काफ़ी न्यूज़ दे विच रहा सी क्वेश्चन आवर। इंपोर्टेंस तुहानूं पता ही है क्वेश्चन आवर की, देखो क्योंकि पार्लीमेंट दे विच राजे हुंदा की हैगा, देखो सिर्फ क्वेश्चनस ही हुंदे ने, डिबेट्स हुंदियां नेगियां। ठीक है, यही पार्लीमेंट कोले काम हैगा, होर की काम है भी सरकार तो जवाबदेही लैनी। सरकार तो जवाबदेही किवें लैणगे, अकाउंटेबिलिटी किवें उन्हां तो क्लेम करनगे, क्वेश्चन पुछ के। तां क्वेश्चन आर काफ़ी इंपोर्टेंट टूल हैगा पार्लीमेंट कोले सरकार तो क्वेश्चन करन दा, सरकार तो जवाब मंगण दा। ठीक है ना, तां इंपोर्टेंट चीज़ है। नैक्सट सब तो जो अपना इंपोर्टेंट आंदा जी एक इंडियन काउंसिल एक्ट 1909। हुण दे जिहड़े तीनों एक्ट ने 1919, 1935, ये तीनों इंपोर्टेंट ने जी काफ़ी। इनू असीं कहने मोरले-मिंटो रिफॉर्म्स। अगेन मैं तुहानूं दस रहा कि इन्हां सारे एक्ट्स दे विच भी एन नंबर ऑफ प्रोविजनस नेगियां। ठीक है, बुक्स दे विच पेज भरे पे ने जगह जगह ते, बट असीं नहीं पढ़ने हैगे। ठीक है, साडे काम दियां नहीं हैगियां। मैं जिहड़ियां प्रोविजनस करवा रहा ये या तो क्वेश्चन दे विच आईयां होईयां ने या मैनूं लगदा कि ये इंपोर्टेंट ने, आ सकदियां ने। ठीक है ना, कोई भी अननैसेसरी जिहड़ी चीज़ है मैंने विच नहीं पाई हैगी। हुण जे तुसीं ज़्यादा ही पोजैसिव हो चीज़ां बारे तां तुसीं मोस्ट, ठीक है, तुसीं जा सकदे हो, बुक्स पढ़ सकदे हो, बट देखो मेरी रिकमेंडेशन यही होगी भी तुसीं टाइम खराब ना करो, यही टाइम तुसीं अपने होर सबजैक्ट के उपर कंज्यूम यूटिलाइज़ कर सकते हो। ठीक है, तुहानूं इत्थे जिन्ना क मटीरियल मिल रहा तुसीं उही पढ़ लो जीएस दे विच। ठीक है ना, जीएस की वेटेज थोड़े लिए ज़्यादा देखो है नहीं हैगी थोड़े एग्जाम्स दे विच, तो जिन्नी की वेटेज हैगी है, जिस लैवल के पेपर आंदा है उस लैवल के मैंने ऑलरेडी स्लाइड्स दे विच चीज़ां पा रखियां ने। ठीक है, तो थोड़े भले लिए कह रहा मैं, निश्चिंत होकर तुसीं होर किते ज़्यादा मत्था ना मारिया करो। ठीक है, तुसीं एक बार ये पढ़ लो, जो थोड़े संतुष्ट हो गया भी मैं हुण मैनूं रब मिल गया। ठीक है ना, हुण इस बाद चों इस वीडियो तुहानूं फायदा नहीं हो सकता, उस तो बाद तुसीं कोई बुक चुकियो। ठीक है ना, पर पहला तुसीं फुल फ्लैजड इन्हां जिहड़े सारे कोर्स है उसका पूरा फायदा उठाओ। ठीक है, उदों बाद ही कोई बुक चुकियो जो तुसीं चुकनी है, अगर तुहाडे कोल टाइम होया। ठीक है, अदरवाइज प्लीज़ पहला इस चीज़ का फोकस कर लो। चलो जी, हुण असीं इन्हां नूं असीं कहने मोरले-मिंटो रिफॉर्म्स, जिहड़ा ये काउंसिल एक्ट है। क्यों कहने क्योंकि उस टाइम जिहड़ा सैक्रटरी ऑफ स्टेट सी वो सी साडा मोरले, ते साडा वॉइसरॉय कौन सी, मिंटो, लॉर्ड मिंटो। ठीक है, ये ध्यान देना है, ये लॉर्ड मिंटो 2 सीगा। एक साडा लॉर्ड मिंटो 1 भी सीगा, वो कौन सी, जो साडा ट्रीटी ऑफ अमृतसर हुई सी, थोड़े ध्यान होवे, ट्रीटी ऑफ अमृतसर कदों 1809 दे विच, एग्जैक्टली 100 साल पहला। किहदे विच हुई सी ये, मैटकाफ ते रणजीत सिंह दे विच हुई सी। असीं देखिया सी कि लॉर्ड मिंटो ने 3-4 एक्सपीडिशनस भेजियां सी, निकोलस स्मिथ भेजिया सीगा, मैटकाफ भेजिया सी। ठीक है ना, इस तरह 3-4 एल्फिंस्टन भेजिया सीगा, तो 3-4 जिहड़ियां अंबैसडर भेजे सीगे इंडिया के नॉर्थ वैस्ट बॉर्डर के उपर, इंडिया के नॉर्थ वैस्ट बॉर्डर के उपर, ताकि सिंध नाल, पंजाब नाल, अफगानिस्तान नाल, ईरान नाल संधियां करके आवे। ठीक है ना, तो वो सीगा लॉर्ड मिंटो 1। इत्थे असीं पढ़ रहे लॉर्ड मिंटो 2। एग्जैक्टली दोनों के 100 साल का फर्क है, तुसीं देख सकते हो। ठीक है, ये 1909 की गल कर रहे हैं, तो यह सीगा अमृतसर वाला 1809 दे विच। चलो अगेन वापस आने आप, क्योंकि ये दोनों सीगे तां असीं इहनूं मोरले-मिंटो रिफॉर्म्स कह दिंदे आ। हुण की प्रोविजन सीगी, एक तो देखो सब तो वड्डी प्रोविजन यही सी भी सब तो पहली बारी फर्स्ट टाइम कोई इंडियन गवर्नर जनरल की एग्जैक्टिव काउंसिल का मैंबर बनया, पहली बार ये चीज़ हुई। ठीक है, देखो एग्जैक्टिव काउंसिल आपां नूं पता है की हुंदी है, मोटे तौर पर तुसीं समझ लो सरकार सारी जिहड़े कि एक्चुअली डिसीजन लैंदी हैगी। ठीक है, भी की होना चाहिए। हुण जिवें साडी कैबिनेट है, जिवें तुसीं कैबिनेट समझ सकते हो या काउंसिल ऑफ मिनिस्टर समझ सकते हो, तो उस तरह की चीज़ सीगी एग्जैक्टिव काउंसिल। देखो एग्जैक्टिव वर्ड आ गया ना, तो सरकार आ गई। तो पहली बार ये होया भी कोई उस टाइम जिहड़ी सरकार सी, ठीक है, उहदे विच इंडियन मैंबर आया। कौन सी वो, सत्येंद्र प्रसाद सिन्हा, ये इंपॉर्टेंट नाम है जी। ठीक है, ही वॉज द फर्स्ट इंडियन टू जॉइन एग्जैक्टिव काउंसिल, ही जॉइंड एज अ लॉ मैंबर। मतलब जे असीं अज दी लैंगुएज विच गल करिए तो वो एक कानून मंत्री सीगे, लॉ मिनिस्टर सीगे। ठीक है, अगेन एग्जैक्टिव काउंसिल एक तरह की सरकार सीगी, हालांकि बहुत छोटी बॉडी सी। अज की सरकार दे विच ना आपां देखदे कि काउंसिल ऑफ मिनिस्टर लगभग 100 मैंबरस ने उहदे विच। ठीक है, काउंसिल ऑफ मिनिस्टर दे विच, बट ये कुछ 10-12 बंदियां दी ही बॉडी सीगी। ठीक है, जिहड़ी कि गवर्नर जनरल द्वारा हैडड सीगी। इहदा हैड कौन सी, गवर्नर जनरल, तो ये कुछ जिहड़े थोड़े बहुत मिनिस्टर हुंदे सी
ਜਿਹਨੂੰ ਅਸੀਂ ਮੈਂਬਰ ਕਹਿੰਦੇ ਸੀਗੇ। ਤਾਂ ਅਸੀਂ ਕਹਿੰਦੇ ਕਿ ਸਤਿੰਦਰ ਪ੍ਰਸਾਦ ਸਿਨਹਾ ਪਹਿਲੇ ਮੈਂਬਰ ਸੀ ਜਿਹੜੇ ਕਿ ਐਗਜ਼ੀਕਿਊਟਿਵ ਕਾਊਂਸਲ ਦੇ ਪਾਰਟ ਬਣੇ, ਠੀਕ ਹੈ, ਐਜ਼ ਅ ਲਾਅ ਮੈਂਬਰ, ਮਤਲਬ ਐਜ਼ ਅ ਕਾਨੂੰਨ ਮੰਤਰੀ ਜੇ ਆਪਾਂ ਕਹੀਏ ਵੀ ਐਜ਼ ਅ ਕਾਨੂੰਨ ਮੰਤਰੀ ਉਹ ਪਹਿਲੇ ਮੈਂਬਰ ਬਣੇ ਜਿਹੜੇ ਕਿ ਪਹਿਲੇ ਇੰਡੀਅਨ ਬਣੇ ਜਿਹੜੇ ਕਿ ਐਗਜ਼ੀਕਿਊਟਿਵ ਕਾਊਂਸਲ ਦੇ ਵਿੱਚ ਪਾਰਟ ਬਣੇ, ਠੀਕ ਹੈ। ਇੱਕ ਹੋਰ ਵੱਡੀ ਪ੍ਰੋਵੀਜ਼ਨ ਕੀ ਆਈ, ਦੇਖੋ ਧਿਆਨ ਰੱਖਣਾ ਹੈ, ਪਹਿਲੀ ਵਾਰੀ ਕਦੋਂ ਆਏ ਇਹ 19 ਜਦੋਂ 19 ਵਾਲਾ ਪਹਿਲਾ ਐਕਟ ਆ ਗਿਆ, 19 ਵਾਲਾ ਪਹਿਲਾ ਐਕਟ, ਉਦੋਂ ਬਾਅਦ 'ਚ 19 ਵਾਲਾ ਕਿਹੜਾ ਐਕਟ ਆਊਗਾ, 19 ਤੋਂ ਬਾਅਦ 1919 ਵਾਲਾ, ਅਤੇ 19 ਵਾਲਾ ਪਹਿਲਾ ਐਕਟ ਕਿਹੜਾ 1909 ਵਾਲਾ। ਤਾਂ 19 ਵਾਲੇ ਪਹਿਲੇ ਐਕਟ ਦੇ ਵਿੱਚ ਫਸਟ ਟਾਈਮ ਇੰਡੀਅਨ ਸਾਡੇ ਜਿਹੜੇ ਨੇ ਐਗਜ਼ੀਕਿਊਟਿਵ ਕਾਊਂਸਲ, ਧਿਆਨ ਰੱਖਣਾ ਹੈ, ਕਿਤੇ ਤੁਸੀਂ ਕਾਊਂਸਲ ਸਮਝ ਲਓ, ਕਾਊਂਸਲ ਦਾ ਮਤਲਬ ਕੀ ਹੈ, ਪਾਰਲੀਮੈਂਟ ਟਾਈਪ ਆਫ ਚੀਜ਼, ਕਾਊਂਸਲ ਹੈਗੀ ਹੈ ਪਾਰਲੀਮੈਂਟ ਟਾਈਪ ਆਫ ਚੀਜ਼, ਜਿਹੜੀ ਐਗਜ਼ੀਕਿਊਟਿਵ ਕਾਊਂਸਲ ਹੈਗੀ ਹੈ ਉਹ ਹੈਗੀ ਹੈ ਆਪਣੀ ਸਰਕਾਰ ਟਾਈਪ ਆਫ ਚੀਜ਼, ਸਰਕਾਰ, ਇਹ ਥੋੜ੍ਹਾ ਜਿਹਾ ਫਰਕ ਹੈ, ਠੀਕ ਹੈ। ਬਾਕੀ ਜ਼ਿਆਦਾ ਡਿਟੇਲ ਦੇ ਵਿੱਚ ਤੁਹਾਨੂੰ ਸਮਝਣ ਦੀ ਲੋੜ ਨਹੀਂ, ਤੁਸੀਂ ਕੋਈ ਉੱਥੇ ਆਨਸਰ ਲਿਖ ਕੇ ਨਹੀਂ ਆਉਣਾ, ਸਬਜੈਕਟਿਵ ਪੇਪਰ ਨਹੀਂ ਦੇ ਕੇ ਆਉਣਾ ਹੈਗਾ, ਠੀਕ ਹੈ। ਜਿੰਨੀ ਤੁਹਾਨੂੰ ਅੰਡਰਸਟੈਂਡਿੰਗ ਵਾਸਤੇ ਦੱਸਣਾ ਸੀ ਉਹ ਮੈਂ ਦੱਸਤਾ, ਅਤੇ ਬਾਕੀ ਤੁਸੀਂ ਸਿਰਫ ਟਿਕ ਮਾਰਕ ਕਰਨੀ ਹੈ, ਤੁਸੀਂ ਸਿਰਫ ਓਬਜੈਕਟਿਵ ਕੁਐਸਚਨ ਦੇਣੇ ਨੇਗੇ, ਆਨਸਰ ਦੇਣੇ ਨੇ, ਠੀਕ ਹੈ ਨਾ। ਤਾਂ ਉਸ ਲਈ ਆਪਾਂ ਨੂੰ ਜ਼ਿਆਦਾ ਡਿਟੇਲ ਦੀ ਲੋੜ ਨਹੀਂ ਹੈਗੀ, ਕਨਫਿਊਜ਼ ਹੋਵਾਂਗੇ ਆਪਾਂ, ਕੋਈ ਫਾਇਦਾ ਨਹੀਂ ਹੈਗਾ, ਠੀਕ ਹੈ। ਬਸ ਤੁਸੀਂ ਯਾਦ ਰੱਖਣਾ ਹੈ ਵੀ 1900 ਵਾਲੇ ਦਾ ਪਹਿਲੇ ਐਕਟ ਦੇ ਵਿੱਚ ਸਾਡੇ ਪਹਿਲੇ ਇੰਡੀਅਨ ਕੋਈ ਐਗਜ਼ੀਕਿਊਟਿਵ ਕਾਊਂਸਲ ਦਾ ਮੈਂਬਰ ਬਣਿਆ, ਬਸ ਇਹਨਾਂ ਧਿਆਨ ਰੱਖਣਾ ਹੈ। ਇੱਕ ਹੋਰ ਜਿਹੜੀ ਵੱਡੀ ਪ੍ਰੋਵੀਜ਼ਨ ਇਹਦੇ ਵਿੱਚ ਆਈ ਸੀ, ਸੈਪਰੇਟ ਇਲੈਕਟੋਰੇਟ ਫॉर ਮੁਸਲਿਮਸ। ਤੁਹਾਨੂੰ ਸੈਪਰੇਟ ਇਲੈਕਟੋਰੇਟ ਦਾ ਮੈਂ ਮਤਲਬ ਆਲਰੇਡੀ ਸਮਝਾ ਚੁੱਕਿਆ, ਠੀਕ ਹੈ। ਤਾਂ ਪਹਿਲੀ ਵਾਰੀ ਕਿਸੇ ਕਮਿਊਨਿਟੀ ਨੂੰ ਜਿਹੜਾ ਕਿ ਸੈਪਰੇਟ ਇਲੈਕਟੋਰੇਟ ਮਿਲਿਆ ਸੀ, ਉਹ ਕਿਹਨੂੰ ਮਿਲਿਆ ਸੀ, ਮੁਸਲਿਮਸ ਨੂੰ। ਤੁਸੀਂ ਇੱਕ ਚੀਜ਼ ਧਿਆਨ ਦੇ ਸਕਦੇ ਹੋ ਕਿ 1906 ਦੇ ਵਿੱਚ ਮੁਸਲਿਮ ਲੀਗ ਬਣੀ ਸੀਗੀ, ਮੁਸਲਿਮ ਲੀਗ ਬਣੀ ਸੀਗੀ ਜੀ, ਅਤੇ ਇਹਦਾ ਵੱਡਾ ਰੋਲ ਸੀਗਾ ਇਸ ਇਲੈਕਟੋਰੇਟ ਵਾਸਤੇ, ਸੈਪਰੇਟ ਇਲੈਕਟੋਰੇਟ ਵਾਸਤੇ। ਇਹਨੇ ਵੱਧ ਚੜ੍ਹ ਕੇ ਵਾਇਸਰਾਏ ਕੋਲੇ, ਠੀਕ ਹੈ, ਜਿਹੜਾ ਲੋਰਡ ਮਿੰਟੋ ਸੀ ਉਹਨੂੰ ਬੜੀਆਂ ਦਰਖਾਸਤ ਕੀਤੀਆਂ, ਬੜੀਆਂ ਮੀਟਿੰਗਸ ਕੀਤੀਆਂ ਉਹਦੇ ਨਾਲ ਕਿ ਹਾਂ ਮੁਸਲਿਮਸ ਨੂੰ ਕੁਛ ਸਪੈਸ਼ਲ ਪ੍ਰੋਵੀਜ਼ਨ ਮਿਲਣੇ ਚਾਹੀਦੇ ਨੇ, ਠੀਕ ਹੈ ਨਾ। ਤਾਂ ਫਾਈਨਲੀ ਇਨ ਫਾਰਮ ਆਫ ਸੈਪਰੇਟ ਇਲੈਕਟੋਰੇਟ ਉਹਨਾਂ ਨੂੰ ਮਿਲ ਗਏ ਸੀਗੇ। ਇਸੇ ਕਰਕੇ ਅਸੀਂ ਲੋਰਡ ਮਿੰਟੋ ਨੂੰ ਫਾਦਰ ਆਫ ਕਮਿਊਨਲ ਇਲੈਕਟੋਰੇਟਸ ਕਹਿੰਦੇ ਹਾਂ, ਧਿਆਨ ਰੱਖਣਾ ਜੀ, ਬੜਾ ਇੰਪੋਰਟੈਂਟ ਹੈ। क्वेश्चन आएगा हु इज़ द फादर ऑफ कम्यूनल इलैक्टोरेट, तो साडा आंसर होएगा जी लॉर्ड मिंटो, ठीक है जी। चलो नैक्सट पढ़ते हैं जी गवर्नमेंट ऑफ इंडिया एक्ट 1919 वाला एक्ट पढ़ते हैं, ये भी काफ़ी इंपॉर्टेंट है। इनू असीं कहने मॉन्टेग्यू कैम्सफोर्ड रिफॉर्म्स। अगेन मॉन्टेग्यू कौन सीगे, सैक्रटरी ऑफ स्टेट, कैम्सफोर्ड कौन सीगे, वाइसरॉय, ठीक है। तो सैक्रटरी ऑफ स्टेट का नाम पहला होगा, ध्यान रखना है, क्योंकि ये ज़्यादा बड़ा बंदा सीगा, वाइसरॉय हले थोड़ा जिहा घट बड़ा बंदा सीगा, क्योंकि ये लंडन के बैठता है, ये इंडिया के बैठता है, ये फर्क है। जोड़ा इंडिया के बैठता वह नाम बाद आएगा, जोड़ा लंडन के बैठता वह नाम पहला आएगा। ये मॉन्टेग्यू कैम्सफोर्ड रिफॉर्म सीगा, वो सी मोरले मिंटो रिफॉर्म्स, ठीक है। अगेन ये भी जो मोरले सी वो लंडन के बैठता है, मिंटो सी जो अपना वाइसरॉय है इंडिया के बैठता है, क्योंकि मॉन्ट का मॉन्ट ले लिया अपने, कैम्सफोर्ड का फोर्ड ले लिया, तो मॉन्टफोर्ड रिफॉर्म्स बन गया ये, ठीक है। ध्यान रखना है किहड़े ने ये 1919 वाले मॉन्टफोर्ड रिफॉर्म्स ने। सब तो इंपॉर्टेंट जी क्वेश्चन पॉइंट ऑफ व्यू तो प्रोविजन है, इट इंट्रोड्यूस्ड डायरकी इन प्रोविंसेस। बहुत वारी क्वेश्चन रिपीट होया जी, ईवन कि छोटे छोटे लैवल के एग्जाम तो लैके UPSC लैवल तक के एग्जाम के जोड़ा कि एक क्वेश्चन बार बार पूछा जाता है कि डायरकी पहली बारी प्रोविंसेस के किहड़े एक्ट नाल आई, तो वह आंसर आएगा जी गवर्नमेंट ऑफ इंडिया एक्ट 1919, ठीक है। देखो घट चीज़ां याद करने का एक ये भी फायदा है कि साढ़े वो प्रॉपर याद रह जाती है। हुण जे यही मैं थोड़ा 15 मेरे लिए बहुत सौखा सी राजे, देखो 15 के 15 कॉपी पेस्ट करने मेरे लिए सौखे सीगे, ठीक है। मैंने जस्ट डिग्रेड करना थोड़ा, ठीक है। मैनू बल्कि मेरी मेहनत ज़्यादा इस चीज़ से लगी कि मैनू एलिमीनेट करना पाया, जिहड़े कि मैनू अनइंपोर्टेंट लगे, इंपोर्टेंट नहीं लगे मैनू, वो मैंने एलिमीनेट किए। अदरवाइज़ मेरा काम सौखा कदों होना सी, मैं 15 के 15 प्रोविजन थोड़ा एवं चेप दिंदा इत्थे, ठीक है। मैंने जस्ट थोड़ा बोली जाना सी ये चीज़ां, ठीक है, मेरा कुछ नहीं लगना सीगा। बट वो एक वधिया अप्रोच नहीं हैगी राजे, ठीक है। मैं एज अ स्टूडेंट, मैं एज अ टीचर दोनों चीज़ां देख के मन के चल रहा कि थोनों वो चीज़ां डिलीवर करावां जिहड़ियां कि थोनों मैक्सिमम बेनीफिट देन, ठीक है। यही मेरा परपज़ है बीइंग अ टीचर। वरना देखो मैं ये चीज़ कर सकता सीगा, मैनू कोई किसी ने ना ही तुसीं मैनू देखना सी, ना ही मैंने किसी को पूछना सीगा, मैं चीज़ कर सकता सी। बट वो मैं अपने आप नाल जस्टिस नहीं करूँगा, ठीक है ना, मैं अपने कर्म नाल जस्टिस नहीं करूँगा। फिर इस करके मैंने ये चीज़ करने की सोची, ठीक है। तो तुसीं प्लीज़ यही देखना है। हुण जो आप 15 चीज़ां पढ़ांगे तो वो 5 ही याद रहणगियां अपने, ठीक है। वो 5 दे विच भी जो आप 10 बारी 15 चीज़ां पढ़ लियां, मान लो हर एक एक्ट के 15 प्रोविजन पढ़ लियां अपने, 1909 दी पढ़ लियां, 1919 दी पढ़ लियां, 1935 दी पढ़ लियां, की याद रहूगा, सारा कुछ कन्फ्यूज हो जाए, होच पोच हो जाऊगा।
ਹੁਣ ਜਦੋਂ ਆਪਾਂ ਨੇ ਪੜ੍ਹੀਆਂ 5 ਨੇ ਸਾਰਿਆਂ ਦੀਆਂ ਤਾਂ ਉਹ ਯਾਦ ਕਰਨੀਆਂ ਸੌਖੀਆਂ ਨਹੀਂ ਹੈਗੀਆਂ ਕਿ ਨਹੀਂ, ਇਹ ਤੁਸੀਂ ਆਪ ਸੋਚੋ। ਇਸੇ ਕਰਕੇ ਇਹੀ ਬੈਸਟ ਓਪਟੀਮਲ ਚੀਜ਼ ਹੈਗੀ ਵੀ ਆਪਾਂ ਘੱਟ ਚੀਜ਼ਾਂ ਪੜ੍ਹ ਲਈਏ ਬਟ ਇੰਪੋਰਟੈਂਟ ਚੀਜ਼ਾਂ ਪੜ੍ਹੀਏ, ਤਾਂ ਕਿ ਐਟਲੀਸਟ ਉਹ ਯਾਦ ਤਾਂ ਕਰ ਪਾਈਏ ਆਪਾਂ ਅਤੇ ਰਿਕੋਲ ਤਾਂ ਕਰ ਪਾਈਏ ਜਦੋਂ ਪੇਪਰ ਦੇ ਵਿੱਚ ਬੈਠੇ ਹੋਵਾਂਗੇ। ਇਹੀ ਪਰਪਸ ਹੁੰਦਾ, ਠੀਕ ਹੈ। ਤਾਂ ਸਭ ਤੋਂ ਵੱਡਾ ਪ੍ਰੋਵੀਜ਼ਨ ਇਹਦਾ ਇਹੀ ਸੀ ਵੀ ਡਾਇਆਰਕੀ ਪ੍ਰੋਵਿੰਸ ਦੇ ਵਿੱਚ ਆਈ। ਹੁਣ ਥੋੜ੍ਹਾ ਜਿਹਾ ਡਾਇਆਰਕੀ ਦਾ ਮਤਲਬ ਸਮਝ ਲੈਂਦੇ ਹਾਂ। ਦੇਖੋ 1919 ਵਾਲੇ ਐਕਟ ਦੇ ਵਿੱਚ ਦੋ ਚੀਜ਼ਾਂ ਹੋਈਆਂ। ਇੱਕ ਤਾਂ ਜਿਹੜੇ ਸਬਜੈਕਟ ਸੀਗੇ ਉਹ ਦੋ ਚੀਜ਼ਾਂ ਦੇ ਵਿੱਚ ਵੰਡੇ ਗਏ, ਕਿਹੜੇ ਪ੍ਰੋਵਿੰਸ਼ੀਅਲ ਅਤੇ ਸੈਂਟਰਲ। ਜਿਵੇਂ ਅਸੀਂ ਅੱਜ ਪੜ੍ਹਦੇ ਹੁੰਦੇ ਹਾਂ ਕਿ ਸਟੇਟ ਲਿਸਟ, ਯੂਨੀਅਨ ਲਿਸਟ, ਹੈ ਨਾ, ਵੀ ਸਟੇਟ ਦੇ ਸਬਜੈਕਟ ਅਲੱਗ ਨੇ ਅਤੇ ਯੂਨੀਅਨ ਦੇ ਸਬਜੈਕਟ ਅਲੱਗ ਨੇ। ਤਾਂ ਪਹਿਲੀ ਵਾਰੀ ਇਹ ਚੀਜ਼ 1919 ਦੇ ਜਿਹੜਾ ਐਕਟ ਹੈ ਉਹਦੇ ਵਿੱਚ ਹੋਈ ਕਿ ਪ੍ਰੋਵਿੰਸਿਸ ਦੇ ਸਬਜੈਕਟ ਅਲੱਗ ਕਰਤੇ ਐਂਡ ਯੂਨੀਅਨ ਦੇ ਯਾਨੀ ਕਿ ਸੈਂਟਰ ਦੇ ਸਬਜੈਕਟ ਅਲੱਗ ਕਰਤੇ। ਹੁਣ ਜਿਹੜੀ ਡਾਇਆਰਕੀ ਵਾਲਾ ਸੀਨ ਆਉਂਦਾ ਉਹ ਇੱਥੇ ਆਉਂਦਾ। ਹਾਲੇ ਡਾਇਆਰਕੀ 'ਤੇ ਆਪਾਂ ਗੱਲ ਨਹੀਂ ਕੀਤੀ, ਹੁਣ ਡਾਇਆਰਕੀ ਦੀ ਗੱਲ ਕਰਨ ਜਾ ਰਹੇ ਹਾਂ, ਠੀਕ ਹੈ ਨਾ। ਇਹ ਡਾਇਆਰਕੀ ਨਹੀਂ ਸੀਗੀ। ਪਹਿਲਾਂ ਦੇਖੋ ਡਾਇਆਰਕੀ ਦਾ ਲਿਟਰਲ ਮੀਨਿੰਗ ਸਮਝੋ। ਡਾਇਆ ਮਤਲਬ ਦੋ, ਆਰ ਕੀ ਮਤਲਬ ਰੂਲ, ਆਰ ਕੀ ਮਤਲਬ ਰੂਲ, ਮਤਲਬ ਅਗੇਨ ਡਿਊਲ ਰੂਲ। ਇਹ ਆਪਾਂ ਪੜ੍ਹਦੇ ਕਿਵੇਂ, ਇਹ ਨਹੀਂ ਡਿਊਲ ਰੂਲ ਹੈਗਾ ਵੀ ਪ੍ਰੋਵਿੰਸਿਸ ਸੈਂਟਰਲ, ਇਹ ਡਿਊਲ ਰੂਲ ਨਹੀਂ ਹੈਗਾ, ਠੀਕ ਹੈ ਨਾ। ਇਹ ਤਾਂ ਜਸਟ ਇੱਕ ਡਿਵੀਜ਼ਨ ਹੈਗੀ। ਡਾਇਆਰਕੀ ਸਿਰਫ ਇੱਥੇ ਆਊਗੀ, ਉਹ ਇਕੱਲੇ ਪ੍ਰੋਵਿੰਸਿਸ ਦੇ ਵਿੱਚ ਆਊਗੀ। ਹੁਣ ਦੇਖੋ ਅਸੀਂ ਇੱਥੇ ਵੀ ਕੀ ਪੜ੍ਹਿਆ, ਇੰਟਰੋਡਿਊਸ ਡਾਇਆਰਕੀ ਇਨ ਪ੍ਰੋਵਿੰਸਿਸ, ਤਾਂ ਅਸੀਂ ਪ੍ਰੋਵਿੰਸਿਸ ਤੋਂ ਚੱਲਾਂਗੇ। ਡਾਇਆਰਕੀ ਸਿਰਫ ਇਹ ਵਾਲਾ ਪੋਰਸ਼ਨ ਹੈਗਾ, ਧਿਆਨ ਰੱਖਣਾ, ਬਾਰ ਕਹਿ ਰਿਹਾ ਮੈਂ। ਕੀ ਸੀ ਇਹਦੇ ਵਿੱਚ, ਹੁਣ ਮੰਨ ਲਓ ਪ੍ਰੋਵਿੰਸਿਸ, ਮੰਨ ਲਓ ਟੋਟਲ 100 ਸਬਜੈਕਟਸ ਨੇਗੇ, 100 ਸਬਜੈਕਟਸ ਨੇ। ਤਾਂ ਇਹਨਾਂ ਨੇ ਕੀ ਕਹਿਤਾ ਵੀ ਮੰਨ ਲਓ 50 ਇਹਦੇ ਨੇ 50 ਇਹਦੇ ਨੇ, ਪਹਿਲੀ ਤਾਂ ਡਿਵੀਜ਼ਨ ਇੱਥੇ ਹੋਊਗੀ। ਹੁਣ ਜਦੋਂ ਅਸੀਂ ਡਾਇਆਰਕੀ ਦੀ ਗੱਲ ਕਰਦੇ ਹਾਂ ਤਾਂ ਇਹਨਾਂ 50 ਦੇ ਵਿੱਚੋਂ ਵੀ ਅੱਗੇ ਡਿਵੀਜ਼ਨ ਹੋਊਗੀ। ਉਹ ਕਿਵੇਂ ਹੋਊਗੀ, ਇਨ ਫੋਰਮ ਆਫ ਟਰਾਂਸਫਰਡ ਐਂਡ ਰਿਜ਼ਰਵਡ। ਹੁਣ ਦੇਖੋ ਕਿਹੜੇ ਸਬਜੈਕਟ ਹੋ ਸਕਦੇ ਨੇ। ਮੰਨ ਲਓ ਵੀ ਆਪਾਂ ਕਹਿ ਵੀ ਜਿਹੜੇ 50 ਸਬਜੈਕਟਸ ਨੇ ਉਹ ਟੋਟਲ ਪ੍ਰੋਵਿੰਸਿਸ ਦੇ ਨੇਗੇ, ਵੀ ਪ੍ਰੋਵਿੰਸ਼ੀਅਲ ਸਬਜੈਕਟ ਟੋਟਲ 50 ਨੰਬਰ ਨੇਗੇ। ਹੁਣ ਉਹਨਾਂ ਦੇ ਵਿੱਚੋਂ ਕੁਝ ਰਿਜ਼ਰਵਡ ਨੇਗੇ ਅਤੇ ਕੁਝ ਟਰਾਂਸਫਰਡ ਨੇ। ਕੀ ਮਤਲਬ ਹੈ, ਰਿਜ਼ਰਵਡ ਕਿਹੜੇ ਹੋਏ, ਲਾਈਕ ਫਾਈਨਾਂਸ। ਟਰਾਂਸਫਰਡ ਕਿਹੜੇ ਹੋਏ, ਲਾਈਕ ਹੈਲਥ, ਐਜੂਕੇਸ਼ਨ। ਹੁਣ ਮਤਲਬ ਕੀ ਹੋਇਆ ਇਹਨਾਂ ਦਾ, ਰਿਜ਼ਰਵਡ ਤਾਂ ਉਹ ਸਬਜੈਕਟ ਹੁੰਦੇ ਨੇ ਵੀ ਜਿਹੜਾ ਕਿ ਗਵਰਨਰ, ਸਟੇਟ ਦਾ ਗਵਰਨਰ, ਪ੍ਰੋਵਿੰਸ ਦਾ ਗਵਰਨਰ ਆਪਦੀ ਮਰਜ਼ੀ ਨਾਲ ਕੰਮ ਕਰੂਗਾ, ਠੀਕ ਹੈ ਨਾ, ਉਹ ਸਬਜੈਕਟਾਂ ਦੇ। ਹੁਣ ਫਾਈਨਾਂਸ ਦਾ ਕੰਮ ਹੈ, ਗਵਰਨਰ ਕਿਉਂ ਚਾਹੂਗਾ ਵੀ ਕਿਸੇ ਹੋਰ ਦੇ ਉੱਪਰ ਛੱਡੇ, ਠੀਕ ਹੈ ਨਾ। ਤਾਂ ਇੱਥੇ ਤਾਂ ਗਵਰਨਰ ਆਪਣੀ ਮਰਜ਼ੀ ਨਾਲ ਕੰਮ ਕਰੂਗਾ। ਜਿਹੜੇ ਟਰਾਂਸਫਰਡ ਸਬਜੈਕਟਸ ਨੇ, ਹੈਲਥ, ਐਜੂਕੇਸ਼ਨ ਵਰਗੇ, ਉੱਥੇ ਕੀ ਪ੍ਰੋਵੀਜ਼ਨ ਸੀ ਵੀ ਜਿਹੜਾ ਗਵਰਨਰ ਸੀਗਾ ਉਹ ਆਪਣੀ ਮਰਜ਼ੀ ਨਾਲ ਕੰਮ ਨਹੀਂ ਕਰੂਗਾ, ਉਹ ਕੁਛ ਰਿਸਪੋਂਸੀਬਲ ਮਿਨਿਸਟਰ ਨੂੰ ਦੀ ਰਾਏ ਨਾਲ ਕੰਮ ਕਰੂਗਾ, ਰਿਸਪੋਂਸੀਬਲ ਮਿਨਿਸਟਰ ਦੀ, ਠੀਕ ਹੈ ਨਾ। ਤੁਸੀਂ ਜਿਹੜੇ ਵਰਡਸ ਨੇ ਇਹਨਾਂ ਤੋਂ ਵੀ ਸਮਝ ਸਕਦੇ ਹੋ। ਦੇਖੋ ਰਿਜ਼ਰਵਡ ਮਤਲਬ ਗਵਰਨਰ ਨੇ ਆਪਦੇ ਲਈ ਰਿਜ਼ਰਵ ਰੱਖ ਲਏ, ਕਿਸੇ ਦੀ ਮਰਜ਼ੀ ਦੀ ਕਿਸੇ ਦੀ ਰਾਏ ਨਹੀਂ ਲੈਂਦਾ, ਆਪਦੀ ਮਰਜ਼ੀ ਚਲਾਊਗਾ। ਕਿਹਦੇ ਸਬਜੈਕਟ 'ਤੇ, ਰਿਜ਼ਰਵ ਸਬਜੈਕਟ 'ਤੇ। ਇਹਦੇ ਵਿੱਚ ਦੇਖੋ ਇੰਪੋਰਟੈਂਟ ਪੋਰਟਫੋਲੀਓਜ਼ ਆਉਂਦੇ ਸੀ, ਜਿਵੇਂ ਫਾਈਨਾਂਸ, ਠੀਕ ਹੈ। ਓਬਵੀਅਸ ਜੀ ਗੱਲ ਹੈ, ਸਰਕਾਰ ਕਿਉਂ ਚਾਹੂਗੀ ਵੀ ਫਾਈਨਾਂਸ ਦੇ ਮਾਮਲੇ 'ਚ ਅਸੀਂ ਕਿਸੇ ਦੀ ਰਾਏ ਲਈਏ, ਕਿਸੇ ਇੰਡੀਅਨ ਦੀ ਰਾਏ ਲਈਏ, ਠੀਕ ਹੈ ਨਾ। ਜਿਹੜੇ ਹੈਲਥ ਐਜੂਕੇਸ਼ਨ ਵਰਗ ਸਬਜੈਕਟ ਨੇ ਇਹਦੇ ਵਿੱਚ ਸਾਨੂੰ ਇੱਕ ਲੋਲੀਪੋਪ ਟਾਈਪ ਆਫ ਚੀਜ਼ ਦੇ ਦਿੱਤੀ ਵੀ ਲੋ ਤੁਹਾਨੂੰ ਅਸੀਂ ਤੁਹਾਡੀ ਰਾਏ ਲੈ ਰਹੇ ਹਾਂ, ਅਸੀਂ ਤੁਹਾਡੀ ਇੰਡੀਅਨਸ ਦੀ ਰਾਏ ਲੈ ਰਹੇ ਹਾਂ, ਠੀਕ ਹੈ, ਤੁਹਾਡੇ ਰਿਸਪੋਂਸੀਬਲ ਮਿਨਿਸਟਰ ਦੀ ਰਾਏ ਲੈ ਰਹੇ ਹਾਂ ਅਸੀਂ, ਠੀਕ ਹੈ। ਤਾਂ ਸਾਨੂੰ ਇੱਕ ਲੋਲੀਪੋਪ ਜੀ ਦੇ ਦਿੱਤੀ ਇੱਥੇ। ਬਟ ਜਿਹੜੇ ਇੰਪੋਰਟੈਂਟ ਪੋਰਟਫੋਲੀਓ ਸੀ ਉਹ ਸਟਿਲ ਗਵਰਨਰ ਨੇ ਆਪਣੇ ਲਈ ਰਿਜ਼ਰਵ ਰੱਖ ਲਏ। ਇਹੀ ਮਤਲਬ ਹੈ ਰਿਜ਼ਰਵਡ ਅਤੇ ਟਰਾਂਸਫਰਡ ਮਤਲਬ ਟਰਾਂਸਫਰ ਕਰਤੇ। ਕਿਹਨੂੰ ਕਰਤੇ ਟਰਾਂਸਫਰ, ਰਿਸਪੋਂਸੀਬਲ ਮਿਨਿਸਟਰਸ ਨੂੰ, ਠੀਕ ਹੈ ਨਾ। ਅਗੇਨ ਅਗਰ ਤੁਹਾਨੂੰ ਇਹ ਚੀਜ਼ ਸਮਝ ਆਈ ਤਾਂ ਵੈਲ ਐਂਡ ਗੁੱਡ ਹੈ, ਵਰਨਾ ਰਾਜੇ ਬਿਲਕੁਲ ਡਿਟੇਲ 'ਚ ਜਾਣ ਦੀ ਲੋੜ ਨਹੀਂ ਹੈਗੀ। ਬਸ ਸਿਰਫ ਤੁਸੀਂ ਇਹੀ ਯਾਦ ਰੱਖਣਾ ਹੈ ਡਾਇਆਰਕੀ ਦਾ ਕੀ ਮਤਲਬ ਹੈ ਕਿ ਸਬਜੈਕਟ, ਪ੍ਰੋਵਿੰਸਿਸ ਦੇ ਸਬਜੈਕਟ, ਧਿਆਨ ਰੱਖਣਾ, ਬਾਰ ਕਹਿ ਰਿਹਾ ਮੈਂ, ਤੁਸੀਂ ਇਹ ਚੀਜ਼ ਨੂੰ ਵਿੱਚ ਨਾ ਐਡ ਕਰ ਲਿਓ। ਹਾਂ ਇਹ ਚੀਜ਼ ਐਡ ਜ਼ਰੂਰ ਹੁਣ ਹੋਈ ਸੀ 1919 ਦੇ ਵਿੱਚ, ਬਟ ਡਾਇਆਰਕੀ ਸਿਰਫ ਇੱਥੇ ਤੱਕ ਰਹੇਗੀ। ਆਹ ਚੀਜ਼ ਨੂੰ ਡਾਇਆਰਕੀ ਕਹਾਂਗੇ। ਤਾਂ ਅਗੇਨ ਮੈਂ ਦੱਸਦਾ ਨਾ ਕੀ ਮਤਲਬ ਡਾਇਆਰਕੀ ਦਾ, ਵੀ ਜਿਹੜੇ ਪ੍ਰੋਵਿੰਸਿਸ ਦੇ ਸਬਜੈਕਟ ਸੀ ਉਹਨਾਂ ਨੂੰ ਦੋ ਹਿੱਸਿਆਂ ਦੇ ਵਿੱਚ ਤੋੜਿਆ ਗਿਆ, ਠੀਕ ਹੈ। ਕਿਹੜੇ, ਇੱਕ ਰਿਜ਼ਰਵਡ, ਟਰਾਂਸਫਰਡ। ਰਿਜ਼ਰਵਡ ਉਹ ਸੀ ਜਿਹੜੇ ਕਿ ਗਵਰਨਰ ਨੇ ਆਪਦੇ ਵਾਸਤੇ ਰਿਜ਼ਰਵ ਰੱਖ ਲਏ ਵੀ ਸਿਰਫ ਮੈਂ ਆਪਣੀ ਮਰਜ਼ੀ ਨਾਲ ਡਿਸੀਜਨ ਲਊਂਗਾ। ਟਰਾਂਸਫਰਡ ਉਹ ਸੀ ਵੀ ਉਹ ਸਬਜੈਕਟਸ ਜਿਹੜੇ ਡਿਸੀਜਨ ਤਾਂ ਹਾਲੇ ਵੀ ਗਵਰਨਰ ਲਊਗਾ ਬਟ ਰਾਏ ਲੈ ਕੇ ਲਊਗਾ, ਹੁਣ ਠੀਕ ਹੈ ਨਾ, ਮਤ ਲੈ ਕੇ ਲਊਗਾ ਵੀ ਕੁਛ ਤੁਸੀਂ ਵੀ ਦੱਸ ਦਿਓ ਮਿਨਿਸਟਰ ਸਾਹਿਬ, ਇੰਡੀਅਨ ਸਾਹਿਬ, ਤੁਸੀਂ ਵੀ ਦੱਸ ਦਿਓ ਕੀ ਕਰਿਆ ਜਾਵੇ, ਠੀਕ ਹੈ। ਉਹ ਸਬਜੈਕਟ ਸੀਗੇ ਟਰਾਂਸਫਰਡ। ਉਹ ਕਿੱਦਾਂ ਦੇ ਸੀਗੇ, ਜਿਵੇਂ ਹੈਲਥ ਐਜੂਕੇਸ਼ਨ ਵਰਗੇ ਸਬਜੈਕਟ। ਜਿਹੜੇ ਇੰਪੋਰਟੈਂਟ ਪੋਰਟਫੋਲੀਓ ਸੀ ਉਹ ਹਲੇ ਵੀ ਰਿਜ਼ਰਵਡ ਸੀਗੇ, ਉਹ ਗਵਰਨਰ ਖੁਦ ਆਪਣੀ ਮਰਜ਼ੀ ਨਾਲ ਡਿਸੀਜਨ ਲੈ ਰਿਹਾ ਸੀ। ਸੋ ਦਿਸ ਇਜ਼ ਵਾਟ ਆਲ ਵੀ ਕਾਲ ਅਬਾਊਟ ਹਾਇਰਾਰਕੀ। ਚਲੋ ਜੀ, ਇਹ ਸੀ ਇੰਪੋਰਟੈਂਟ। ਦੇਖੋ ਜ਼ਰੂਰੀ ਸੀ ਇੰਨਾ ਟਾਈਮ ਲਗਾਉਣ ਦਾ, ਠੀਕ ਹੈ। ਤੁਸੀਂ ਕਹੋਗੇ ਇੰਨਾ ਟਾਈਮ ਖਰਾਬ ਕਰਦਾ ਡਾਇਆਰਕੀ ਦੇ, ਬਟ ਜ਼ਰੂਰੀ ਸੀ ਇਹ ਚੀਜ਼। ਅਗੇਨ ਮੈਂ ਇੰਪੋਰਟੈਂਟ ਚੀਜ਼ ਨਹੀਂ ਛੱਡਦਾ ਹੈਗਾ, ਠੀਕ ਹੈ, ਸਿਰਫ ਇਸ ਕਰਕੇ ਕਿ ਟਾਈਮ ਬਚੂਗਾ, ਨਹੀਂ।
इंपॉर्टेंट चीज़ फिर भी करनी है पानी, ठीक है ना। जी अननेसेसरी चीज़ वो मैं एलिमिनेट करूँगा, वो बिल्कुल एलिमिनेट करूँगा, उससे बिल्कुल टाइम वेस्ट नहीं करूँगा, ये चीज़ है। बाई कैमरल सिस्टम ਆਪਾਂ ਨੂੰ ਪਤਾ ਹੈ ਅੱਜ ਵੀ ਸਾਡੀਆਂ ਜਿਹੜੀ ਸਾਡੀ ਪਾਰਲੀਮੈਂਟ ਹੈ ਉਹ ਬਾਈ ਕੈਮਰਲ ਹੈ। ਮਤਲਬ ਕੀ ਹੈ, ਲੋਕ ਸਭਾ ਅਤੇ ਰਾਜ ਸਭਾ ਦੋ ਹਾਊਸਿਸ ਨੇ। ਬਾਈ ਦਾ ਮਤਲਬ ਕੀ ਹੈ, ਅਗੇਨ 2, ਕੈਮਰਲ ਦਾ ਮਤਲਬ ਹਾਊਸ, ਤਾਂ 2 ਹਾਊਸਿਸ ਨੇ ਅੱਜ ਵੀ ਆਪਣੇ। ਇਹੀ ਚੀਜ਼ ਉਦੋਂ ਹੋਈ ਸੀਗੀ ਕਿ ਸੈਂਟਰਲ ਲੈਵਲ 'ਤੇ ਬਾਈ ਕੈਮਰਲਿਜ਼ਮ ਸੀਗੀ, ਇੱਕ ਕਾਊਂਸਲ ਆਫ ਸਟੇਟਸ ਉਹਨਾਂ ਨੇ ਬਣਾਈ ਅਤੇ ਇੱਕ ਲੈਜਿਸਲੇਟਿਵ ਅਸੈਂਬਲੀ। ਕਾਊਂਸਲ ਆਫ ਸਟੇਟਸ ਅਗੇਨ ਅਪਰ ਹਾਊਸ, ਬਲਕਿ ਅਸੀਂ ਅੱਜ ਵੀ ਰਾਜ ਸਭਾ ਨੂੰ ਕਾਊਂਸਲ ਆਫ ਸਟੇਟਸ ਹੀ ਕਹਿੰਦੇ ਹਾਂ। ਜਿਹੜੀ ਸਾਡੀ ਰਾਜ ਸਭਾ ਹੈ ਨਾ, ਉਹਦਾ ਜਿਹੜਾ ਅਸਲੀ ਪਹਿਲਾ ਨਾਮ ਸੀ ਉਹ ਕਾਊਂਸਲ ਆਫ ਸਟੇਟਸ ਹੀ ਸੀਗਾ, ਠੀਕ ਹੈ ਨਾ। ਉਹ ਵੀ ਜਿਵੇਂ ਅਪਰ ਹਾਊਸ ਹੈ, ਸਾਡਾ ਰਾਜ ਸਭਾ ਵੀ ਅਪਰ ਹਾਊਸ ਹੈਗਾ, ਬਟ ਫਰਕ ਕੀ ਹੈਗਾ, ਇਹ ਸ਼ਾਇਦ ਤੁਹਾਡੇ MCQ ਪੁਆਇੰਟ ਆਫ ਵਿਊ ਤੋਂ ਜ਼ਿਆਦਾ ਇੰਪੋਰਟੈਂਟ ਨਾ ਹੋਵੇ, ਠੀਕ ਹੈ। ਬਟ ਦੇਖ ਲਓ ਇੱਕ ਵਾਰੀ ਵੀ ਸਾਡਾ ਜਿਹੜਾ ਰਾਜ ਸਭਾ ਹੈ ਇਹ ਪਰਮਾਨੈਂਟ ਹਾਊਸ ਹੈਗਾ, ਬਟ ਇੱਥੇ ਪਰਮਾਨੈਂਟ ਨਹੀਂ ਸੀਗਾ, ਇੱਥੇ 5 ਸਾਲ ਦੀ ਟਰਮ ਸੀਗੀ, ਠੀਕ ਹੈ। ਚਲੋ ਰਹਿਣ ਦਿਓ, ਤੁਹਾਡੇ ਲਈ ਹੈ ਹੀ ਨਹੀਂ ਇੰਪੋਰਟੈਂਟ ਇਹ। ਆਹ ਦੇਖ ਲਓ ਤੁਸੀਂ ਬਸ ਇਕੱਲਾ ਜਿਹੜਾ ਲੋਅਰ ਹਾਊਸ ਸੀਗਾ ਉਹ ਸੀ ਲੈਜਿਸਲੇਟਿਵ ਅਸੈਂਬਲੀ, ਉਹ 3 ਈਅਰ ਦੀ ਟਰਮ ਸੀ। ਇਹ ਇੰਪੋਰਟੈਂਟ ਕਿਉਂ ਹੈ ਦੇਖੋ, ਜੇ ਤੁਹਾਡੇ ਯਾਦ ਹੋਵੇ ਅਸੀਂ ਜਦੋਂ 1920 ਦਾ ਰਿਵੋਲਟ ਕਰ ਰਹੇ ਸੀ, NCM ਕਰ ਰਹੇ ਸੀ, ਅਸੀਂ ਕਿਹਾ ਸੀ ਕਿ ਅਸੀਂ ਸਾਰੀ ਚੀਜ਼ ਦਾ ਬੋਇਕਟ ਕਰਨਾ ਹੈਗਾ, ਇੰਕਲੂਡਿੰਗ ਕਾਊਂਸਲਸ, ਠੀਕ ਹੈ। ਤਾਂ 1919 ਦੇ ਵਿੱਚ ਐਕਟ ਆ ਗਿਆ ਸੀਗਾ, 1919 ਦੇ ਵਿੱਚ ਐਕਟ ਆ ਗਿਆ ਸੀਗਾ, ਅਤੇ 1920 ਦੇ ਵਿੱਚ ਇਲੈਕਸ਼ਨ ਹੋਣੇ ਸੀਗੇ। ਬਟ ਸਾਡਾ ਕੀ ਚੱਲ ਰਿਹਾ ਸੀ, NCM ਚੱਲ ਰਹੀ ਸੀ, ਇਸ ਕਰਕੇ ਅਸੀਂ ਇਲੈਕਸ਼ਨ ਬਾਈਕਾਟ ਕੀਤੇ। ਹੁਣ ਤੁਹਾਡੇ ਯਾਦ ਹੋਏਗਾ ਕਿ ਉਦੋਂ 3 ਸਾਲ ਬਾਅਦ ਫਿਰ 1923 ਦੇ ਵਿੱਚ ਇਲੈਕਸ਼ਨ ਹੋਣੇ ਸੀਗੇ, ਬਿਕਾਜ਼ ਜਿਹੜੀ ਟਰਮ ਹੈ ਉਹ ਲੈਜਿਸਲੇਟਿਵ ਅਸੈਂਬਲੀ ਦੀ 3 ਸਾਲ ਦੀ ਸੀ, ਧਿਆਨ ਰੱਖਣਾ। ਤਾਂ ਮੈਂ ਤੁਹਾਨੂੰ ਕਹਿ ਰਿਹਾ ਵੀ ਇਹ ਥੋੜ੍ਹਾ ਜਿਹਾ ਤੁਸੀਂ ਦੇਖ ਲਓ, ਤੁਹਾਡੇ ਇਹ ਚੀਜ਼ ਯਾਦ ਕਰਨ ਦੇ ਵਿੱਚ ਸੌਖਾ ਰਹੂਗਾ ਕਿ 1920 ਦੇ ਵਿੱਚ ਅਸੀਂ ਬਾਈਕਾਟ ਕੀਤਾ, ਬਟ ਫਿਰ 1923 ਦੇ ਵਿੱਚ ਇਲੈਕਸ਼ਨ ਹੋਏ, ਜਦੋਂ ਕਿ ਸਾਡੇ ਸਵਰਾਜਿਸਟ ਨੇ ਫਿਰ ਪੰਗਾ ਪਾਇਆ ਸੀ ਕਿ ਅਸੀਂ ਇਲੈਕਸ਼ਨ ਲੜਾਂਗੇ, ਠੀਕ ਹੈ ਨਾ। ਤਾਂ ਅਸੀਂ ਯਾਦ ਰੱਖਦੇ ਹਾਂ ਵੀ 1923 ਦੇ ਵਿੱਚ ਇਲੈਕਸ਼ਨ ਹੋਏ ਸੀਗੇ, ਕਿਉਂਕਿ 3 ਸਾਲ ਦੀ ਟਰਮ ਸੀ ਸਿਰਫ। ਅੱਜ ਸਾਡੀ ਟਰਮ ਕਿੰਨੀ ਹੈ, 5 ਸਾਲ ਦੀ ਹੈ ਲੋਕ ਸਭਾ ਦੀ। ਇਹ ਭੁੱਲ ਜਾਓ ਤੁਸੀਂ, ਉੱਪਰ ਵਾਲਾ ਇਹ ਰਹਿਣ ਦਿਓ, ਬਸ ਇਹ ਯਾਦ ਰੱਖ ਲਓ। ਹੋਰ ਕੀ ਚੀਜ਼ ਜਿਹੜੀ ਗਵਰਨਮੈਂਟ ਆਫ ਇੰਡੀਆ ਐਕਟ 1919 ਲੈ ਕੇ ਆਇਆ, ਡਾਇਰੈਕਟ ਇਲੈਕਸ਼ਨਸ, ਵੈਰੀ ਇੰਪੋਰਟੈਂਟ। ਪਹਿਲੀ ਵਾਰੀ ਦੇਸ਼ ਦੇ ਵਿੱਚ ਡਾਇਰੈਕਟ ਇਲੈਕਸ਼ਨ ਦੀ ਵਰਗੀ ਕੋਈ ਚੀਜ਼ ਆਈ। ਇਲੈਕਸ਼ਨ ਪਹਿਲਾਂ ਵੀ ਹੁੰਦੇ ਸੀ, ਬਟ ਡਾਇਰੈਕਟ ਨਹੀਂ ਹੁੰਦੇ ਸੀਗੇ, ਇਨਡਾਇਰੈਕਟ ਹੁੰਦੇ ਸੀ। ਹੁਣ ਪਹਿਲੀ ਵਾਰੀ ਡਾਇਰੈਕਟ ਇਲੈਕਸ਼ਨ ਹੋਏ ਵੀ ਆਮ ਲੋਕ, ਹਲੇ ਵੀ ਖੈਰ ਫਰੈਂਚਾਈਜ਼ੀ ਜਿਹੜੀ ਬਹੁਤ ਘੱਟ ਸੀਗੀ, ਮਤਲਬ ਬਹੁਤ ਘੱਟ ਪੋਪੂਲੇਸ਼ਨ ਜਿਹੜੀ ਇੰਡੀਆ ਦੀ ਉਹ ਵੋਟ ਕਰ ਪਾ ਰਹੀ ਸੀ, ਮੇਬੀ ਲੈਸ ਦੈਨ 1% ਪੋਪੂਲੇਸ਼ਨ, ਠੀਕ ਹੈ ਨਾ। ਤਾਂ ਬਹੁਤ ਘੱਟ ਪੋਪੂਲੇਸ਼ਨ ਕਰ ਪਾ ਰਹੀ ਸੀ, ਬਟ ਸਟਿਲ ਡਾਇਰੈਕਟ ਇਲੈਕਸ਼ਨ ਕਰ ਪਾ ਰਹੀ ਸੀਗੀ, ਠੀਕ ਹੈ ਨਾ। ਤਾਂ ਇਟ ਇੰਟਰੋਡਿਊਸਡ ਪਾਰਟੀ ਸਿਸਟਮ, ਜਿਵੇਂ ਅਸੀਂ ਕਹਿ ਰਹੇ ਹਾਂ ਕਿ ਸਾਡੀ ਸਵਰਾਜ ਪਾਰਟੀ ਬਣੀ ਸੀ, ਸਵਰਾਜਿਸਟ ਬਣੇ ਸੀਗੇ, ਸਾਡੀ ਸਵਰਾਜ ਪਾਰਟੀ ਬਣੀ ਸੀ। ਤਾਂ ਪਹਿਲੀ ਵਾਰੀ ਇੰਡੀਆ ਦੇ ਵਿੱਚ ਪਾਰਟੀ ਸਿਸਟਮ ਇਹਨਾਂ ਨੇ ਸ਼ੁਰੂ ਕੀਤਾ, ਮਤਲਬ ਇੰਟਰੋਡਿਊਸ ਕੀਤਾ, ਬਿਕਾਜ਼ ਡਾਇਰੈਕਟ ਇਲੈਕਸ਼ਨਸ ਆ ਗਏ ਸੀਗੇ। ਜਦੋਂ ਡਾਇਰੈਕਟ ਇਲੈਕਸ਼ਨ ਹੋਣਗੇ ਫੇਰ ਹੀ ਪਾਰਟੀ ਆਊਗੀ ਨਾ, ਫੇਰ ਹੀ ਪਾਰਟੀ ਆਪਣੀ ਕੈਂਪੇਨ ਕਰੂਗੀ, ਫੇਰ ਹੀ ਪਾਰਟੀ ਆਪਣਾ ਮੈਨੀਫੈਸਟੋ ਜਾਰੀ ਕਰੂਗੀ। ਤਾਂ ਡਾਇਰੈਕਟ ਇਲੈਕਸ਼ਨ ਆਏ, ਫੇਰ ਪਾਰਟੀ ਸਿਸਟਮ ਆਇਆ। ਕਦੋਂ ਆਇਆ ਜੀ, ਇਹ 1919 ਦੇ ਵਿੱਚ, ਧਿਆਨ ਰੱਖਣਾ, ਮਿਕਸ ਨਾ ਕਰ ਦਿਓ, ਠੀਕ ਹੈ ਨਾ। ਆਪਾਂ ਜਿਹੜੀਆਂ ਪ੍ਰੋਵੀਜ਼ਨ ਪੜਾਂਗੇ ਤੁਸੀਂ ਇੱਕ ਵਾਰੀ ਪੇਪਰ ਤੇ ਨੋਟ ਡਾਊਨ ਕਰ ਲਿਓ, ਫਿਰ ਉਹਨਾਂ ਨੂੰ ਕੰਪੇਅਰ ਕਰਿਓ, ਠੀਕ ਹੈ ਨਾ। ਇਹੀ ਪਰਪਸ ਹੈ ਵੀ ਘੱਟ ਜਿਹੜੀਆਂ ਪ੍ਰੋਵੀਜ਼ਨਸ ਨੇ ਜਲਦੀ ਯਾਦ ਹੋ ਜਾਣਗੀਆਂ। ਹੋਰ ਕੀ ਚੀਜ਼ ਪ੍ਰੋਵੀਜ਼ਨ ਸੀਗੀ, ਅਸੀਂ ਇਹ ਚੀਜ਼ ਪਹਿਲਾਂ ਵੀ ਪੜ੍ਹ ਕੇ ਆਏ ਹਾਂ 1919 ਦੇ ਐਕਟ ਦੇ ਵਿੱਚ, ਕਿ ਇੱਕ ਕਮਿਸ਼ਨ ਬਿਠਾਈ ਜਾਏਗੀ 10 ਸਾਲ ਬਾਅਦ, ਆਫਟਰ 10 ਈਅਰਸ, 10 ਸਾਲ ਬਾਅਦ ਇੱਕ ਕਮਿਸ਼ਨ ਬਿਠਾਈ ਜਾਏਗੀ। ਅਸੀਂ ਦੇਖਿਆ ਸੀ ਕਿ ਉਹ ਬਿਠਾਣੀ ਕਦੋਂ ਸੀ, ਇਸ ਹਿਸਾਬ ਨਾਲ 1929 ਦੇ ਵਿੱਚ, ਬਟ ਐਕਚੁਅਲ ਦੇ ਵਿੱਚ ਕਦੋਂ ਬਿਠਾਤੀ ਸੀਗੀ, 1927 ਦੇ ਵਿੱਚ। ਇਹ ਅਸੀਂ ਕਾਫੀ ਡਿਟੇਲ ਦੇ ਵਿੱਚ ਆਲਰੇਡੀ ਕਰ ਚੁੱਕੇ ਹਾਂ, ਠੀਕ ਹੈ। ਕਿਉਂਕਿ ਇਸ ਟਾਈਮ ਸੀਗੀ ਜਿਹੜੀ ਕੰਜ਼ਰਵੇਟਿਵ ਗਵਰਨਮੈਂਟ ਸੀਗੀ, ਅਤੇ ਇਲੈਕਸ਼ਨ ਹੋਣ ਵਾਲੇ ਸੀਗੇ, ਅਤੇ ਲੇਬਰ ਪਾਰਟੀ ਮੋਸਟ ਲਾਈਕਲੀ ਸੀਗੀ ਕਿ ਜਿਹੜੀ ਪਾਵਰ ਦੇ ਵਿੱਚ ਆ ਜਾਊਗੀ। ਤਾਂ ਕੰਜ਼ਰਵੇਟਿਵ ਨੇ ਕੀ ਸੋਚਿਆ ਕਿ ਅਸੀਂ ਲੇਬਰ ਪਾਰਟੀ ਦੇ ਉੱਪਰ ਨਹੀਂ ਛੱਡਦੇ ਹੈਗੇ, ਅਸੀਂ ਪਹਿਲਾਂ ਆਪੇ ਅਪੁਆਇੰਟ ਕਰਕੇ ਵਗ ਜਾਂਦੇ ਹਾਂ, ਠੀਕ ਹੈ ਨਾ। ਤਾਂ ਉਹਨਾਂ ਨੇ 2 ਸਾਲ ਪਹਿਲਾਂ ਹੀ ਸਾਈਮਨ ਕਮਿਸ਼ਨ ਅਪੁਆਇੰਟ ਕਰਤੀ ਸੀਗੀ, ਠੀਕ ਹੈ ਜੀ। ਦਿਸ ਵਾਜ਼ ਆਲ ਅਬਾਊਟ 1919 ਐਕਟ। ਨੈਕਸਟ ਚੱਲਦੇ ਹਾਂ ਜੀ 1935 ਦੇ ਐਕਟ ਉੱਪਰ। ਇਹ ਦੇਖੋ ਸਭ ਤੋਂ ਜ਼ਿਆਦਾ ਇੰਪੋਰਟੈਂਟ ਮੈਂ ਕਹਾਂਗਾ ਇਸ ਐਕਟ ਨੂੰ, ਬਿਕਾਜ਼ ਤੁਸੀਂ ਸ਼ਾਇਦ ਬੁੱਕਸ ਦੇ ਵਿੱਚ ਵੀ ਪੜ੍ਹਿਆ ਹੋਵੇ ਵੀ ਜਿਹੜਾ ਸਾਡਾ ਅੱਜ ਦਾ ਕੌਨਸਟੀਟਿਊਸ਼ਨ ਹੈ ਉਹ ਕਾਫੀ ਹੱਦ ਤੱਕ ਅਸੀਂ ਇਸ ਐਕਟ ਤੋਂ ਹੀ ਬੋਰੋ ਕੀਤਾ ਹੈਗਾ। ਮਤਲਬ ਇਸ ਐਕਟ ਦੀਆਂ ਪ੍ਰੋਵੀਜ਼ਨਸ ਐਜ਼ ਇਟ ਇਜ਼ ਆਪਣੇ ਕੌਨਸਟੀਟਿਊਸ਼ਨ ਦੇ ਵਿੱਚ ਕਾਪੀ ਕਰਨੀਆਂ ਸੀ, ਠੀਕ ਹੈ ਨਾ। ਮਤਲਬ ਇਹ ਤੁਸੀਂ ਪੜ੍ਹੇ ਵੀ ਹੋਊਗਾ, ਅਤੇ ਚਲੋ ਨਹੀਂ ਪੜ੍ਹਿਆ ਤੁਹਾਨੂੰ ਦੱਸ ਵੀ ਦਿੰਦਾ ਮੈਂ, ਤਾਂ ਕਰਕੇ ਕਹਿ ਰਿਹਾ ਵੀ ਇਹ ਐਕਟ ਕਾਫੀ ਇੰਪੋਰਟੈਂਟ ਹੈਗਾ। ਹੁਣ ਇਸ ਐਕਟ ਦੇ ਵਿੱਚ ਕੀ ਕੁਛ ਸੀਗਾ, ਇੱਕ ਤਾਂ ਸੀਗੀ ਆਲ ਇੰਡੀਆ ਫੈਡਰੇਸ਼ਨ। ਇੱਕ ਆਲ ਇੰਡੀਆ ਫੈਡਰੇਸ਼ਨ ਐਨਵਿਸੇਜ ਕੀਤੀ ਗਈ, ਪ੍ਰਪੋਜ਼ ਕੀਤੀ ਗਈ ਕਿ ਹਾਂ ਇੱਕ ਅਸੈਂਬਲੀ ਟਾਈਪ ਚੀਜ਼ ਹੋਊਗੀ ਜਿਹਦੇ ਵਿੱਚ ਕਿ ਬ੍ਰਿਟਿਸ਼ ਇੰਡੀਅਨ ਸਟੇਟਸ, ਮਤਲਬ ਉਹ ਸਟੇਟਸ ਜਿੱਥੇ ਕਿ ਬ੍ਰਿਟਿਸ਼ ਦਾ ਕਬਜ਼ਾ ਹੈਗਾ ਜਾਂ ਰੂਲ ਹੈਗਾ, ਜਿਵੇਂ ਬੰਗਾਲ, ਮਦਰਾਸ, ਬੋਂਬੇ, ਠੀਕ ਹੈ। ਅਤੇ ਦੇਖੋ ਬ੍ਰਿਟਿਸ਼ ਇੰਡੀਅਨ ਸਟੇਟਸ ਪਲੱਸ ਇੰਡੀਅਨ ਸਟੇਟਸ, ਮਤਲਬ ਜਿਹੜੇ ਕਿ ਸਾਡੇ ਰਾਜੇ ਰਜਵਾੜੇ ਨੇਗੇ,
ठीक है, प्रिंसली स्टेट्स ने साड़ियाँ, जिमें साड़ा हैदराबाद हो गया, ठीक है, त्रावणकोर हो गया, प्रिंसली स्टेट्स, ठीक है। तो होर जिहड़े चीफ कमिश्नर ਦੀਆਂ प्रोविंसिस ने, मतलब जिमें साड़ियाँ अज ਦੀਆਂ यूटीज़ हो गई, यूनियन टैरेटरीज हो गई, तो ऐसियां भी कुछ ਜਿਹੜੇ इलाके हैगे सी। तो इन्हां सारिਆਂ ਦਾ इकट्ठ करके एक ऑल इंडिया फैडरेशन बनानी है। तुसीं याद नहीं करना है, ठीक है, बिल्कुल मैं तुहानूं अंडरस्टैंडिंग वास्ते दस रहा, याद नहीं करना। तो इन्हां लोगों का इकट्ठ एक ऑल इंडिया फैडरेशन के रूप के प्रपोज किया गया कि हाँ ऐसा कुछ होना चाहिए, ठीक है। होर की प्रोविजन ऐड की इन्होंने, डायरकी जिहड़ी असीं पहलां बहुत डिटेल दे विच पढ़ चुके हाँ, डायरकी शुड बी प्रोवाइडेड इन फैडरल एग्जीक्यूटिव। फैडरल मतलब सेंटर, तुसीं समझ सकते हो, ठीक है, सेंटर लैवल, स्टेट लैवल, जिहड़ा सेंटर लैवल उहनूं असीं फैडरल लैवल भी कहने, जिवें कि US दे विच अज भी जिहड़ी सेंट्रल गवर्नमेंट है उन्होंने फैडरल गवर्नमेंट कहते हैं। असीं इन्ना यूज़ नहीं करते फैडरल वर्ड, असीं सेंटर यूज़ करते हैं, बट अमेरिका दे विच फैडरल वर्ड ज़्यादा यूज़ होंदा है, ठीक है। तो इत्थे भी उही कहा गया कि जिहड़ा फैडरल एग्जीक्यूटिव सीगा, फैडरल मतलब सेंटर दे विच डायरकी प्रोवाइड की गई। तुसीं ध्यान नाल देखो, जिहड़ा इत्थे सीगा 1919 दे विच, ओह डायरकी सिर्फ प्रोविंसिस दे विच सीगी। ध्यान देना है, डायरकी इंट्रोड्यूस्ड डायरकी इन प्रोविंसिस, यह बहुत डिसाइडिंग फैक्टर है जी, क्वेश्चन पॉइंट ऑफ व्यू तो मैं कह रहा, ठीक है ना। ध्यान देना है भी डायरकी इत्थे प्रोविंस दे विच सीगी, बट 1935 वाले एक्ट दे विच डायरकी फैडरल लैवल ते एनविसेज की गई कि हाँ सेंटर लैवल ते भी डायरकी होनी चाहिए है। ईवन कि जिहड़ी प्रोविंसिस दे विच डायरकी सी पहलां देती सी, उहनूं अबोलिश करना चाहिए है। जिहड़ी असीं 1919 एक्ट दे विच डायरकी दे चुके हाँ, वो कहते उहनूं खत्म करो तो सेंटर लैवल दे विच डायरकी लैके आओ। तो यह कह रहा साडा गवर्नमेंट ऑफ इंडिया एक्ट 1935। ध्यान देना जी, ठीक है। हुण असीं प्रोविंसिस तो डायरकी तो लै ली, बट की नवीं चीज़ देती उन्होंने, प्रोविंसिस वर गिवन ऑटोनमी, आज़ादी दे दी गई उन्होंने, ठीक है, ऑटोनमी दे दी गई। प्रोविंसिस डराइव देयर पावर अथॉरिटी डायरैक्टली फ्रॉम द ब्रिटिश क्राउन, ठीक है, ये चीज़ होगी, ठीक है। हुण मतलब की है, असीं जे इन्हां तो कुछ एक चीज़ खो ली, डायरकी खो ली स्टेट्स तो इन्हां नूं प्रोविंशियल ऑटोनमी देती। क्वेश्चन इस लाइन के उपर आऊगा राजे कि प्रोविंसिस वर गिवन ऑटोनमी, ठीक है, वो देखो प्रोविजन थोड़ा क्वेश्चन आऊगा कि गवर्नमेंट ऑफ इंडिया एक्ट 1935 ਦੇ ਵਿੱਚ ਕਿਹੜੀਆਂ प्रोविजन ਸੀਗੀਆਂ। डायरकी एट प्रोविंसिस, ठीक है, डायरकी एट सेंटर, प्रोविंशियल ऑटोनमी, ठीक है, या B&C। तो ये अपना आंसर होएगा B&C, क्योंकि डायरकी एट सेंटर भी इन्हें प्रोवाइड की है तो प्रोविंशियल ऑटोनमी भी प्रोवाइड की है। प्रोविंशियल ऑटोनमी एज इट इज़ टर्म आएगी राजे, ठीक है, पेपर के, क्योंकि मैं तो कहना क्योंकि काफ़ी बार आ चुकी है। प्रोविंशियल ऑटोनमी तो डायरकी एट सेंटर, ये दोनों चीज़ां कदों मिलियां सानूं 1935 दे विच। दोबारा प्रोविंशियल ऑटोनमी, डायरकी एट सेंटर। 1919 दे विच की सीगा, डायरकी एट प्रोविंसिस। बिल्कुल ध्यान नाल करना जी, कोई कन्फ्यूजन नहीं होनी चाहिए ये, ठीक है। 1919 तो 1935 दे विच फर्क है। हुण ऑटोनमी का मतलब अगेन की है कि जिहड़ी पावर्स ने हुण वो ब्रिटिश क्राउन तो जिहड़े बोरो करनगे, जिहड़ियां प्रोविंसिस नेगियां, स्टेट्स नेगियां। हुण असीं लास्ट टाइम तो देखिया सीगा कि फैडरल लैवल ते बाई कैमरलिज्म आई सी, कि सेंट्रल लैवल ते दो हाउसिस सीगे, किहड़े काउंसल ऑफ स्टेट्स ते लैजिस्लेटिव असैंबली। ये सेंट्रल लैवल ते सीगे दो हाउसिस, ठीक है। हुण जिहड़ा 1935 वाला एक्ट है, इन्हें 6 स्टेट्स दे विच भी, 6 प्रोविंसिस दे विच भी बाई कैमरल लैजिस्लेचर प्रोवाइड किया, जिवें बॉम्बे बिहार दे विच टाइप, ठीक है ना, बॉम्बे, मद्रास, कलकत्ता, ये 3 स्टेट्स दे विच ते होर भी 3 स्टेट्स दे विच, टोटली 6 प्रोविंसिस दे विच इन्हें बाई कैमरल प्रपोज की कि ये इन्हां 6 स्टेट्स दे विच 2 हाउसिस होने चाहिए ने, ठीक है ना। 1919 दे विच सिर्फ फैडरल लैवल ते 2 हाउसिस सीगे, फैडरल लैवल ते मतलब की है सेंट्रल लैवल ते, ठीक है, सेंट्रल लैवल ते बाई कैमरलिज्म सीगी। 1935 वाले एक्ट दे विच 6 स्टेट्स दे विच भी बाई कैमरलिज्म प्रोवाइड की गई, ठीक है। एक ये भी बहुत इंपॉर्टेंट सबजैक्ट प्रोविजन है जी, काफ़ी बार एग्जाम के आई है। इस एक्ट के सब तो बाद क्वेश्चन आते हैं एग्जाम के 1935 वाले एक्ट तो इस एक्ट के 3 लिस्ट प्रोवाइड की गई, किहड़ियां, फैडरल लिस्ट, प्रोविंशियल लिस्ट, कॉन्करेंट लिस्ट। तो तुहानूं क्वेश्चन हमेशा आता है, साडा एक पॉलिटी का शेड्यूल 7 है, शेड्यूल 7 ये आर्टिकल 246 आता है, 246 आता है। ये असीं 3 लिस्ट की गल करते हैं, यूनीयन लिस्ट, स्टेट लिस्ट तो कॉन्करेंट लिस्ट, ठीक है, 3 लिस्टां जिवें कि इत्थे नेगियां। तो क्वेश्चन यही आता है कि जिहड़ा साडा लिस्ट सिस्टम है
ਤਿੰਨ ਲਿਸਟਾਂ ਦੇ ਵਿੱਚ ਅਸੀਂ ਸਬਜੈਕਟ ਵੰਡੇ ਹੋਏ ਨੇ ਉਹ ਕਿਹੜੇ ਐਕਟ ਤੋਂ ਇੰਸਪਾਇਰਡ ਨੇ, ਤਾਂ ਸਾਡਾ ਆਨਸਰ ਆਏਗਾ ਜੀ ਗਵਰਨਮੈਂਟ ਆਫ ਇੰਡੀਆ ਐਕਟ 1935। ਬਹੁਤ ਵਾਰੀ ਕੁਐਸਚਨ ਰਿਪੀਟ ਹੋਇਆ ਜੀ ਇਹ, ਠੀਕ ਹੈ। ਕਿਉਂਕਿ ਇਹਦੇ ਵਿੱਚ ਵੀ ਤਿੰਨ ਲਿਸਟਾਂ ਦੇ ਵਿੱਚ ਸਬਜੈਕਟ ਡਿਵਾਈਡ ਸੀਗੇ। ਅੱਛਾ, ਇੱਥੇ ਇੱਕ ਕੁਐਸਚਨ ਹੋਰ ਇੰਪੋਰਟੈਂਟ ਬਣਦਾ ਹੈ ਅਤੇ ਜਿਹੜਾ ਕਿ ਥੋੜ੍ਹਾ ਜਿਹਾ ਚੇਂਜ ਵੀ ਹੈਗਾ, ਉਹ ਹੈ ਕਿ ਜਿਹੜੀਆਂ ਰੈਜ਼ੀਡਿਊਰੀ ਪਾਵਰਸ ਨੇ, ਦੇਖੋ ਰੈਜ਼ੀਡਿਊਰੀ ਪਾਵਰਸ ਕਿਹੜੀਆਂ ਹੁੰਦੀਆਂ ਨੇ। ਹੁਣ ਮੰਨ ਲਓ ਸਾਡੇ ਦਿਮਾਗ ਅਸੀਂ ਬੈਠੇ ਹਾਂ, ਅਸੀਂ ਤਿੰਨ ਲਿਸਟਾਂ ਲੈ ਕੇ ਬੈਠੇ ਹਾਂ, ਠੀਕ ਹੈ। 3 ਲਿਸਟ ਲੈ ਕੇ ਬੈਠੇ ਹਾਂ, ਅਸੀਂ ਤਿੰਨ ਲਿਸਟਾਂ ਲੈ ਕੇ ਬੈਠੇ ਹਾਂ ਅਤੇ ਸਾਡੇ ਕੋਲ ਸਾਰੇ ਪੋਰਟਫੋਲੀਓਜ਼ ਹੈਗੇ ਨੇ। ਅਸੀਂ ਡਿਸਾਈਡ ਕਰਨਾ ਹੈ ਵੀ ਕਿਹੜੇ ਸਬਜੈਕਟ ਨੂੰ ਯੂਨੀਅਨ ਲਿਸਟ ਦੇ ਵਿੱਚ ਪਾਉਣਾ ਹੈ, ਕਿਹੜੇ ਨੂੰ ਸਟੇਟ ਦੇ ਵਿੱਚ ਪਾਉਣਾ ਹੈ, ਕਿਹੜੇ ਨੂੰ ਕੰਕਰੈਂਟ ਦੇ ਵਿੱਚ ਪਾਉਣਾ ਹੈ, ਠੀਕ ਹੈ ਨਾ। ਸਾਨੂੰ ਕਿਸੇ ਨੇ ਸਰਕਾਰ ਨੇ 100 ਚੀਜ਼ਾਂ ਦੇਤੀਆਂ, ਠੀਕ ਹੈ ਨਾ, ਵੀ ਅਸੀਂ ਹੁਣ ਡਿਸਾਈਡ ਕਰਨਾ ਹੈ ਕਿਹੜੇ 'ਚ ਪਾਉਣਾ, ਕਿਹੜੇ 'ਚ ਪਾਉਣਾ, ਕਿਹੜੇ 'ਚ ਪਾਉਣਾ। ਹੁਣ ਮੰਨ ਲਓ ਅਸੀਂ 100 ਦੇ 100 ਦੀ ਡਿਵੀਜ਼ਨ ਕਰ ਲਈ, ਠੀਕ ਹੈ, ਆਪਦੇ ਹਿਸਾਬ ਨਾਲ ਪਾਤੇ, 20 ਇਹ 'ਚ ਪਾਤੇ, 30 ਇਹ 'ਚ ਪਾਤੇ, 50 ਇਹ 'ਚ ਪਾਤੇ, ਆਪਦੇ ਹਿਸਾਬ ਨਾਲ ਪਾਤੇ। ਹੁਣ ਕੀ ਇਹ 100 ਦੇ 100 ਸਾਰੀ ਦੀ ਸਾਰੀ ਚੀਜ਼ਾਂ ਕਵਰ ਕਰਦੇ ਨੇਗੇ, ਠੀਕ ਹੈ ਨਾ। ਹੋ ਸਕਦਾ ਹੈ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕਿ ਇਹ 100 ਸਬਜੈਕਟ ਕਵਰ ਨਾ ਕਰਦੇ ਹੋਣ, ਠੀਕ ਹੈ ਨਾ। ਅਸੀਂ ਆਪਦੇ ਹਿਸਾਬ ਨਾਲ ਤਾਂ ਦੁਨੀਆ ਦੀ ਹਰ ਚੀਜ਼ ਪਾਤੀ, ਵੀ ਜਿਹੜੀ ਵੀ ਚੀਜ਼ ਪੋਸੀਬਲ ਹੈਗੀ ਆ ਅਸੀਂ ਆਪਦੇ ਹਿਸਾਬ ਨਾਲ ਪਾਤੀ, ਪਰ ਕੀ ਇਹ ਹੋ ਸਕਦਾ ਵੀ ਉਸ ਤੋਂ ਇਲਾਵਾ ਕੋਈ ਚੀਜ਼ ਹੋਰ ਨਿਕਲੇ ਹੀ ਨਾ, ਕੋਈ ਹੋਰ ਕੇਸ ਬਣੇ ਹੀ ਨਾ? ਇਹ ਨਹੀਂ ਹੋ ਸਕਦਾ। ਤਾਂ ਜਿਹੜੇ ਹੋਰ ਕੇਸ ਕੋਈ ਬਣਨਗੇ ਉਹਨਾਂ ਨੂੰ ਅਸੀਂ ਰੈਜ਼ੀਡਿਊਰੀ ਪਾਵਰਸ ਕਹਿ ਦਿੰਦੇ ਹਾਂ ਜਾਂ ਰੈਜ਼ੀਡਿਊਰੀ ਸਬਜੈਕਟ ਕਹਿ ਦਿੰਦੇ ਹਾਂ। ਹੁਣ ਇਹਦੀ ਤਾਂ ਲਿਸਟ ਆਪਣੀ ਡਿਸਾਈਡ ਕਰ ਲਈਆਂ ਕਿ ਇਹ ਸਬਜੈਕਟ ਡਿਸਾਈਡ ਕਰ ਲਏ ਕਿ ਇਹ ਵਾਲੇ ਸਬਜੈਕਟ ਪ੍ਰੋਵਿੰਸ਼ੀਅਲ ਬਣਾਊਗੀ, ਇਹ ਸਬਜੈਕਟ ਫੈਡਰਲ ਬਣਾਊਗੀ, ਇਹ ਸਬਜੈਕਟ ਦੋਨੋਂ ਬਣਾ ਸਕਦੇ ਨੇ, ਇਹ ਤਾਂ ਅਸੀਂ ਡਿਸਾਈਡ ਕਰ ਲਏ। ਹੁਣ ਜਿਹੜੇ ਬਾਕੀ ਰਹਿ ਗਏ ਉਹ ਕੌਣ ਬਣਾਊਗਾ? ਉਹ ਬਣਾਊਗਾ ਜੀ ਵਾਇਸਰੋਏ। ਧਿਆਨ ਦੇਣਾ ਹੈ। ਤਾਂ ਕੀ ਕੁਐਸਚਨ ਆਊਗਾ ਕਿ 1935 ਵਾਲੇ ਐਕਟ ਦੇ ਵਿੱਚ ਰੈਜ਼ੀਡਿਊਰੀ ਪਾਵਰਸ ਕਿਹਦੇ ਕੋਲ ਸੀਗੀਆਂ? ਤਾਂ ਆਨਸਰ ਆਊਗਾ ਜੀ ਆਪਣਾ ਵਾਇਸਰੋਏ। ਬਹੁਤ ਇੰਪੋਰਟੈਂਟ ਕੁਐਸਚਨ ਹੈ ਜੀ, ਬਹੁਤ ਵਾਰੀ ਰਿਪੀਟ ਹੋਇਆ ਇਹ, ਠੀਕ ਹੈ। ਅੱਜ ਦੇ ਟਾਈਮ ਦੇ ਵਿੱਚ ਸਾਡੀ ਜਿਹੜੀ ਰੈਜ਼ੀਡਿਊਰੀ ਪਾਵਰਸ ਨੇ ਉਹ ਸੈਂਟਰ ਕੋਲ ਨਹੀਂ ਗੀਆਂ, ਉਹ ਯੂਨੀਅਨ ਕੋਲ ਨਹੀਂ ਗੀਆਂ, ਬਟ ਉਸ ਟਾਈਮ 'ਤੇ ਕੀ ਸੀ? ਵਾਇਸਰੋਏ ਆਨਸਰ ਆਊਗਾ ਆਪਣਾ ਕਿ ਰੈਜ਼ੀਡਿਊਰੀ ਪਾਵਰਸ ਕਿਹਦੇ ਕੋਲ ਸੀਗੀਆਂ 1935 ਦੇ ਵਿੱਚ? ਵਾਇਸਰੋਏ ਕੋਲੇ। ਕਾਫੀ ਵਾਰੀ ਰਿਪੀਟ ਹੋਇਆ ਜੀ, ਬਾਰ-ਬਾਰ ਕਹਿ ਰਿਹਾ ਮੈਂ, ਠੀਕ ਹੈ। ਇੱਕ ਇਸੇ ਐਕਟ ਨੇ ਇੱਕ ਫੈਡਰਲ ਕੋਰਟ ਇਸਟੈਬਲਿਸ਼ ਕੀਤੀ ਜਿਹੜੀ ਕਿ ਫਾਈਨਲੀ 1937 ਦੇ ਵਿੱਚ ਹੋ ਗਈ ਸੀ, ਠੀਕ ਹੈ, ਇਸਟੈਬਲਿਸ਼। ਅਸੀਂ ਇੱਕ ਪਹਿਲਾਂ ਕੀ ਕਰਕੇ ਆਏ, ਰੈਗੂਲੇਟਿੰਗ ਐਕਟ 1773 ਦੇ ਵਿੱਚ ਵੀ, ਉਹਦੇ ਵਿੱਚ ਵੀ ਇੱਕ ਸੁਪਰੀਮ ਕੋਰਟ ਬਾਰੇ ਪ੍ਰੋਵੀਜ਼ਨ ਸੀਗੀ, ਠੀਕ ਹੈ। ਇਹ ਉਸ ਤੋਂ ਡਿਫਰੈਂਟ ਹੈ, ਇਹ ਫੈਡਰਲ ਕੋਰਟ ਹੈ, ਉਹ ਸੁਪਰੀਮ ਕੋਰਟ ਸੀਗੀ, ਠੀਕ ਹੈ। ਥੋੜ੍ਹਾ ਡਿਫਰੈਂਟ ਹੈ ਨੋਮਨਕਲੇਚਰ ਦਾ, ਧਿਆਨ ਰੱਖਣਾ, ਦੋਨੋਂ ਅਲੱਗ-ਅਲੱਗ ਚੀਜ਼ਾਂ ਨੇਗੀਆਂ। ਰੈਗੂਲੇਟਿੰਗ ਐਕਟ 1773 ਦੇ ਵਿੱਚ ਸੀਗਾ, ਇਹ ਫੈਡਰਲ ਕੋਰਟ 1937 ਦੇ ਵਿੱਚ ਹੈਗਾ। ਫੈਡਰਲ ਕੋਰਟ ਕਦੋਂ ਆਈ ਹੈਗੀ? ਗਵਰਨਮੈਂਟ ਆਫ ਇੰਡੀਆ ਐਕਟ 1935 ਦੇ ਵਿੱਚ। ਹੁਣ ਜਿਹੜੀ ਅਸੀਂ ਇਸ ਆਲ ਇੰਡੀਆ ਫੈਡਰੇਸ਼ਨ ਦੀ ਗੱਲ ਕਰਦੇ ਹਾਂ, ਪਹਿਲਾ ਪੁਆਇੰਟ ਸੀ ਜਿਹੜਾ ਆਪਣਾ, ਠੀਕ ਹੈ, ਇਹ ਅਸੀਂ ਵਿਜ਼ੂਅਲਾਈਜ਼ ਤਾਂ ਕਰ ਲਿਆ, ਬਟ ਇਟ ਨੈਵਰ ਕੇਮ ਇਨਟੂ ਬੀਇੰਗ। ਇਹ ਕਦੇ ਐਗਜ਼ਿਸਟੈਂਸ ਦੇ ਵਿੱਚ ਆਇਆ ਹੀ ਨਹੀਂ, ਇਹ ਐਸੀ ਕੋਈ ਫੈਡਰੇਸ਼ਨ ਕਦੇ ਬਣੀ ਹੀ ਨਹੀਂ, ਠੀਕ ਹੈ। ਕਿਉਂਕਿ ਇਸ ਦੇ ਵਿੱਚ ਪ੍ਰੋਵੀਜ਼ਨ ਸੀਗੀ ਕਿ ਸਾਰੇ ਜਿਹੜੇ ਅਸੀਂ ਦੇਖਿਆ ਸੀ ਬ੍ਰਿਟਿਸ਼ ਸਟੇਟਸ, ਰਾਜੇ ਰਜਵਾੜੇ ਅਤੇ ਹੋਰ ਸਟੇਟਸ ਇਕੱਠੇ ਹੋ ਕੇ ਆਉਣੇ ਚਾਹੀਦੇ ਨੇ, ਪਰ ਇਹਨਾਂ ਸਾਰਿਆਂ ਦੀ ਸਪੈਸ਼ਲੀ ਜਿਹੜੇ ਸਾਡੇ ਪ੍ਰਿੰਸਲੀ ਸਟੇਟ ਸੀਗੇ, ਸਾਡੇ ਰਾਜੇ ਸੀ, ਉਹਨਾਂ ਦੀ ਸਹਿਮਤੀ ਨਹੀਂ ਬਣੀ, ਠੀਕ ਹੈ ਨਾ, ਵੀ ਅਸੀਂ ਇੱਦਾਂ ਇਕੱਠੇ ਹੋ ਕੇ ਕਿਸੇ ਫੋਰਮ ਦੇ ਵਿੱਚ ਬੈਠ ਸਕਦੇ ਹਾਂ। ਇਹਨਾਂ ਦੀ ਸਹਿਮਤੀ ਨਹੀਂ ਬਣੀ, ਇਸ ਕਰਕੇ ਇਹ ਫੈਡਰੇਸ਼ਨ ਕਦੇ ਬਣੀ ਹੀ ਨਹੀਂ, ਠੀਕ ਹੈ। ਈਵਨ ਕਿ ਇਸ ਐਕਟ ਦਾ, ਇਸ 1935 ਵਾਲੇ ਐਕਟ ਦਾ ਜਿਹੜੀਆਂ ਵੀ ਸੈਂਟਰਲ ਲੈਵਲ 'ਤੇ ਪ੍ਰੋਵੀਜ਼ਨ ਸੀਗੀਆਂ ਉਹ ਕਦੇ ਵੀ ਫੋਰਸ ਦੇ ਵਿੱਚ ਆਈਆਂ ਹੀ ਨਹੀਂ, ਧਿਆਨ ਦੇਣਾ ਹੈ, ਠੀਕ ਹੈ। ਅਸੀਂ ਕੀਤਾ ਹੈ ਕਿ ਫੈਡਰਲ ਲੈਵਲ 'ਤੇ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ, ਸਟੇਟ ਲੈਵਲ 'ਤੇ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ। ਤਾਂ ਫੈਡਰਲ ਲੈਵਲ 'ਤੇ ਜਾਂ ਸੈਂਟਰਲ ਲੈਵਲ 'ਤੇ ਜਿਹੜੀਆਂ ਵੀ ਪ੍ਰੋਵੀਜ਼ਨ ਨੇ ਉਹ ਕਦੇ ਫੋਰਸ ਦੇ ਵਿੱਚ ਆਈਆਂ ਹੀ ਨਹੀਂ। ਸਿਰਫ ਔਰ ਸਿਰਫ ਜਿਹੜੀਆਂ ਚੀਜ਼ਾਂ ਸਟੇਟ ਨਾਲ ਕੰਸਰਨ ਸੀਗੀਆਂ, ਸਿਰਫ ਔਰ ਸਿਰਫ ਉਹੀ ਜਿਹੜੀਆਂ ਸਾਡੀਆਂ ਮਤਲਬ ਕੀ ਆ ਰੂਲ ਦੇ ਵਿੱਚ ਆਈਆਂ, ਪ੍ਰੈਕਟਿਸ ਦੇ ਵਿੱਚ ਆਈਆਂ, ਠੀਕ ਹੈ, ਉਹੀ ਇੰਪਲੀਮੈਂਟ ਹੋਈਆਂ। ਇਹ ਵਾਲੀ ਚੀਜ਼ਾਂ ਕਦੇ ਇੰਪਲੀਮੈਂਟ ਹੀ ਨਹੀਂ ਹੋਈਆਂ। ਈਵਨ ਕਿ ਸਾਡਾ 1946 ਤੱਕ ਦਾ ਜਿਹੜਾ ਸਾਡਾ ਪ੍ਰੋਵੀਜ਼ਨ ਸੀਗੀਆਂ, ਉਹ ਦੇਖੋ ਮੈਂ ਤੁਹਾਨੂੰ ਕੀ ਕਹਿ ਰਿਹਾ ਕਿ 1935 ਦੇ ਵਿੱਚ ਐਕਟ ਆਇਆ, ਠੀਕ ਹੈ। ਇਹਨੇ ਕੁਝ ਚੀਜ਼ਾਂ ਕਹੀਆਂ ਕਿ ਸੈਂਟਰਲ ਲੈਵਲ 'ਤੇ ਆਹ ਚੀਜ਼ ਹੋਣੀ ਚਾਹੀਦੀ ਹੈ, ਸਟੇਟ ਲੈਵਲ 'ਤੇ ਆਹ ਚੀਜ਼ ਹੋਣੀ ਚਾਹੀਦੀ ਹੈ, ਠੀਕ ਹੈ ਨਾ, ਇਹ ਚੀਜ਼ਾਂ ਨੇ ਕਹਿਤੀ। ਬਟ ਤੁਹਾਨੂੰ ਦੱਸਿਆ ਵੀ ਸੈਂਟਰਲ ਲੈਵਲ 'ਤੇ ਜੋ ਵੀ ਚੀਜ਼ਾਂ ਨੇ ਕਹੀਆਂ ਉਹ ਕਦੇ ਫੋਰਸ ਦੇ ਵਿੱਚ ਆਈਆਂ ਹੀ ਨਹੀਂ, ਇਕੱਲੇ ਸਟੇਟ ਲੈਵਲ ਵਾਲੀਆਂ ਆਈਆਂ। ਤਾਂ ਇਹਦਾ ਮਤਲਬ ਕੀ ਹੈ ਕਿ ਸੈਂਟਰਲ ਲੈਵਲ 'ਤੇ ਫਿਰ ਕਿਸ ਐਕਟ ਦੇ ਨਾਲ ਪ੍ਰੋਵੀਜ਼ਨ ਚੱਲੀਆਂ? ਅਪ ਟੂ 1946 ਸਾਰੀਆਂ ਪ੍ਰੋਵੀਜ਼ਨ 1919 ਵਾਲੇ ਐਕਟ ਦੇ ਹਿਸਾਬ ਨਾਲ ਹੀ ਚੱਲੀਆਂ। ਇੰਪੋਰਟੈਂਟ ਹੈ ਜੀ ਕਾਫੀ ਇਹ, ਠੀਕ ਹੈ। ਤਾਂ ਦੇਖੋ ਕਿਉਂਕਿ 1919 ਤੋਂ ਬਾਅਦ ਸਿੱਧਾ 1935 ਵਾਲਾ ਐਕਟ ਆਇਆ ਸੀ ਨਾ। ਹੁਣ ਜੇ 1935 ਵਾਲੇ ਐਕਟ ਦੀ ਤੁਸੀਂ ਪ੍ਰੋਵੀਜ਼ਨ ਐਪਲੀਕੇਬਲ ਨਹੀਂ ਕਰ ਰਹੇ ਤਾਂ ਕਿਹੜੀ ਕਰੋਗੇ? ਓਬਵੀਅਸਲੀ ਜਿਹੜੀ ਪਹਿਲਾਂ ਵਾਲੀ ਸੀਗੀ, ਜਿਹੜੀ ਚੱਲ ਰਹੀ ਆਲਰੇਡੀ, ਠੀਕ ਹੈ। ਤਾਂ ਸੈਂਟਰਲ ਲੈਵਲ 'ਤੇ 1946 ਤੱਕ 1919 ਐਕਟ ਵਾਲੀ ਪ੍ਰੋਵੀਜ਼ਨ ਹੀ ਚੱਲਦੀਆਂ ਰਹੀਆਂ ਸੀ, ਬਟ ਸਟੇਟ ਲੈਵਲ 'ਤੇ ਸਾਡਾ ਇਹ ਵਾਲਾ ਐਕਟ ਅਪਲਾਈ ਹੋ ਗਿਆ ਸੀਗਾ, ਠੀਕ ਹੈ। ਤਾਂ ਜਿਹੜੀਆਂ ਪ੍ਰੋਵੀਜ਼ਨ ਸੀ 1935 ਵਾਲੇ ਐਕਟ ਦੇ ਹਿਸਾਬ ਨਾਲ ਹੀ ਚੱਲ ਰਹੀਆਂ ਸੀਗੀਆਂ, ਠੀਕ ਹੈ। ਹੁਣ ਇੱਕ ਜਵਾਹਰ ਲਾਲ ਨਹਿਰੂ ਦੀ ਇੱਕ ਸਟੇਟਮੈਂਟ ਆਉਂਦੀ ਹੈਗੀ
वी आर प्रोवाइडेड विद अ कार, ऑल ब्रेक्स एंड नो इंजन। सानू गड्डी दे दी, ब्रेक्स दे ਦਿੱਤੇ ਉਹਦੇ ਵਿੱਚ ਬਹੁਤ ਸਾਰੇ, ਬਟ ਇੰਜਨ ਤਾਂ ਦਿੱਤਾ ਹੀ ਨਹੀਂ ਹੈਗਾ, ਠੀਕ ਹੈ ਨਾ। ਤਾਂ ਇਹ ਜਵਾਹਰ ਲਾਲ ਨਹਿਰੂ ਕਹਿੰਦੇ ਨੇਗੇ ਗਵਰਨਮੈਂਟ ਆਫ ਇੰਡੀਆ ਐਕਟ 1935 ਨੂੰ ਵੀ ਤੁਸੀਂ ਇੰਨੀਆਂ ਰੈਸਟ੍ਰਿਕਸ਼ਨਸ ਲਗਾਤੀਆਂ ਇਸ ਐਕਟ ਦੇ ਉੱਪਰ, ਬਟ ਕੋਈ ਐਕਚੁਅਲ ਪਾਵਰ ਦਿੱਤੀ ਨਹੀਂ ਹੈਗੀ, ਤਾਂ ਕੋਈ ਕੰਮ ਹੋਣ ਨਹੀਂ ਵਾਲਾ ਹੈਗਾ ਐਕਚੁਅਲੀ। ਤੁਸੀਂ ਡਰਾਮਾ ਹੀ ਖੇਡਿਆ। ਤਾਂ ਕੁਐਸਚਨ ਡਾਇਰੈਕਟਲੀ ਇਹੀ ਆਉਂਦਾ ਹੁੰਦਾ ਹੈ ਕਿ ਇਹ ਵਾਲੀ ਸਟੇਟਮੈਂਟ ਕਿਹਨੇ ਦਿੱਤੀ, ਠੀਕ ਹੈ, ਜਾਂ ਫਿਰ ਇਹ ਵਾਲੀ ਸਟੇਟਮੈਂਟ ਜਵਾਹਰ ਲਾਲ ਨਹਿਰੂ ਨੇ ਕਿਸ ਕੰਟੈਕਸਟ ਦੇ ਵਿੱਚ ਦਿੱਤੀ। ਤਾਂ ਸਾਡਾ ਆਨਸਰ ਆਏਗਾ ਜੀ ਗਵਰਨਮੈਂਟ ਆਫ ਇੰਡੀਆ ਐਕਟ 1935 ਦੇ ਬਿਹਾਫ 'ਤੇ ਦਿੱਤੀ, ਠੀਕ ਹੈ। ਤਾਂ ਰਾਜੇ ਇਹ ਸਾਰਾ ਸਾਡਾ ਸੀਗਾ ਕੌਂਸਟੀਟਿਊਸ਼ਨਲ ਡਿਵੈਲਪਮੈਂਟਸ, ਠੀਕ ਹੈ। ਮੈਂ ਤੁਹਾਨੂੰ ਅਗੇਨ ਇੱਕ ਚੀਜ਼ ਕਹਿ ਰਿਹਾ ਕਿ ਬੁੱਕਸ ਦੇ ਵਿੱਚ ਹਜ਼ਾਰਾਂ ਪ੍ਰੋਵੀਜ਼ਨ ਨੇਗੀਆਂ, ਤੁਸੀਂ ਅਗਰ ਟਾਈਮ ਵੇਸਟ ਕਰਨਾ ਤਾਂ ਤੁਸੀਂ ਕਰ ਸਕਦੇ ਹੋ, ਬਟ ਮੈਂ ਅਗੇਨ ਇਹੀ ਰეკਮੈਂਡ ਕਰੂੰਗਾ ਤੁਸੀਂ ਪਹਿਲਾਂ ਇਹ ਅੱਛੀ ਤਰ੍ਹਾਂ ਯਾਦ ਕਰ ਲਓ ਸਾਰੀਆਂ ਪ੍ਰੋਵੀਜ਼ਨ ਜਿਹੜੀਆਂ ਮੈਨੇ ਇਸ ਦੇ ਵਿੱਚ ਕਰਾ ਲਈਆਂ, ਫਿਰ ਤੁਸੀਂ ਦੇਖੋ ਕੁਐਸਚਨਸ, ਠੀਕ ਹੈ। ਸਾਰੇ ਪਿਛਲੇ ਸਾਲ ਦੇ ਕੁਐਸਚਨਸ ਦੇਖੋ। ਅਗਰ ਤੁਹਾਨੂੰ ਲੱਗਦਾ ਹੈ ਕਿ ਕੋਈ ਚੀਜ਼ਾਂ ਐਸੀਆਂ ਹੈਗੀਆਂ ਜਿਹੜੀ ਮੈਨੇ ਨਹੀਂ ਕਰਵਾਈਆਂ, ਤੁਸੀਂ ਫਿਰ ਕੋਈ ਬੁੱਕ ਪੜ੍ਹੋ। ਅਗਰ ਤੁਹਾਡੇ ਸਾਰੇ ਕੁਐਸਚਨ ਹੋ ਰਹੇ ਨੇ ਤਾਂ ਬਿਲਕੁਲ ਦੇਖੋ, ਸਿਆਣਪ ਤਾਂ ਇਹੀ ਕਹਿੰਦੀ ਵੀ ਤੁਹਾਨੂੰ ਹੋਰ ਮੱਥਾ ਨਹੀਂ ਮਾਰਨਾ ਚਾਹੀਦਾ, ਠੀਕ ਹੈ ਨਾ। ਤੁਸੀਂ ਐਟਲੀਸਟ ਇਹੀ ਪੜ੍ਹ ਲਓ, ਉਹੀ ਕਾਫੀ ਹੈਗਾ। ਚਲੋ ਬਾਕੀ ਦੇਖੋ ਰਾਜੇ, ਤੁਹਾਡੀ ਆਪਣੀ ਮਰਜ਼ੀ ਹੈ, ਤੁਹਾਡਾ ਆਪਣਾ ਫੈਸਲਾ ਹੋਏਗਾ, ਠੀਕ ਹੈ ਰਾਜੇ। ਮਿਲਦੇ ਹਾਂ ਨੈਕਸਟ ਸੈਸ਼ਨ ਦੇ ਵਿੱਚ।